हर कोई कैनेडा की इमीग्रेशन लैनी चाहता है। मैं परमजीत कौर यूनीवर्सल इमीग्रेशन सास्कटून वालों तुहाडा यह सुपना पूरा करने में मदद कर सकती हाँ। तुसी दुनिया के किसी भी खिते विच रहिंदे होवो, स्टूडेंट वीज़ा, वर्क वीज़ा या विजिटर वीज़ा जां कैनेडा दे विच पक्के तौर पर वसनीक बनना चाहते हो, तुसीं साडे नाल संपर्क कर सकते हो। साडे दफ्तर का मेहनती स्टाफ तुहाडीआं फाइलों के प्रति ध्यानदारी दे नाल काम करदिआं होइआं तुहाडे सुपने ही नहीं सगों तुहानूं कैनेडा की PR भी दिवावेगा। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ। ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਵਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵਿਦੇਸ਼ਾਂ ਦੇ ਬੱਚਿਆਂ ਨੂੰ ਖੇਡਦਿਆਂ ਮਾਂ ਬੋਲੀ ਗੁਰਮੁਖੀ ਸਿਖਾਉਣ ਲਈ ਗੁਰਗਿਆਨ ਲਰਨਿੰਗ ਸੈਂਟਰ ਵੱਲੋਂ ਫਲੈਸ਼ ਕਾਰਡ ਬਣਾਏ ਗਏ ਹਨ। ਬੱਚਿਆਂ ਨੂੰ ਫਲੈਸ਼ ਕਾਰਡ ਵੰਡਣ ਦੇ ਲਈ ਸਪਾਂਸਰ ਕਰਨ ਦੇ ਚਾਹਵਾਨ ਸੰਪਰਕ ਕਰਨ 6395904464 639 590 4464। ਵੀਕਲੀ ਲੜੀਵਾਰ ਸ਼ੋਅ ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਦਾ ਅਤੇ ਸਪਾਂਸਰਸ ਦਾ ਤਹਿ ਦਿਲੋਂ ਧੰਨਵਾਦ। ਮੈਂ ਹਾਂ ਸੁਖਮਨ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਗਿਆਨ ਦਾ ਨਗਾਰਾ ਸ਼ੋਅ ਦਾ ਚੌਥਾ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਤੁਹਾਨੂੰ ਸੁਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਡੇ ਪਹਿਲੇ 3 ਐਪੀਸੋਡ ਨੂੰ ਸੰਗਤਾਂ ਦਾ ਬਹੁਤ ਹੀ ਸਟਰੋਂਗ ਹੁੰਗਾਰਾ ਮਿਲਿਆ ਹੈ। ਅਸੀਂ ਹਰ ਇੱਕ ਮਹੀਨੇ ਦੇ ਪਹਿਲੇ ਹਫ਼ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਅਜੋਕੇ ਯੁੱਗ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਤੇ ਸਾਡੇ ਘਰਾਂ ਵਿੱਚ ਕੰਮ ਦੇਣ ਵਾਲੇ ਨੁਕਤੇ ਤੁਹਾਡੇ ਨਾਲ ਸਾਂਝੇ ਕੀਤੇ ਜਾਇਆ ਕਰਨਗੇ। ਦੂਜੇ ਹਫ਼ਤੇ ਗੁਰ ਇਤਿਹਾਸ ਵਿੱਚੋਂ ਇੱਕ ਸਾਖੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਸੀ। ਤੀਜੇ ਹਫ਼ਤੇ ਯਾਨੀ ਕਿ ਪਿਛਲੇ ਹਫ਼ਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਸੇਵਾ ਦੀ ਇੰਪੋਰਟੈਂਸ ਬਾਰੇ ਸੁਣਿਆ ਸੀ। ਅੱਜ ਚੌਥਾ ਹਫ਼ਤਾ ਹੈ। ਅੱਜ ਦੀ ਵਿਚਾਰ ਵਿਸ਼ੇਸ਼ ਤੌਰ ਤੇ ਨੌਜਵਾਨਾਂ ਮਾਪਿਆਂ ਲਈ ਹੈ।
ਹਰੇਕ ਨੌਜਵਾਨ ਵੀਰ ਅਤੇ ਨੌਜਵਾਨ ਭੈਣਾਂ ਚਾਹੁੰਦੀਆਂ ਹਨ ਕਿ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ। ਅੱਜ ਜੋ ਵੀ ਗਿਆਨ ਆਪਾਂ ਨੌਜਵਾਨਾਂ ਨੂੰ ਵੰਡਣ ਵਿੱਚ ਸਫਲ ਹੋ ਜਾਵਾਂਗੇ, ਉਹ ਗਿਆਨ ਨੌਜਵਾਨਾਂ ਰਾਹੀਂ ਬੱਚਿਆਂ ਦੇ ਬਾਲ ਮਨਾਂ ਵਿੱਚ ਭਰਿਆ ਜਾ ਸਕਦਾ ਹੈ। ਆਓ ਅੱਜ ਆਪਾਂ ਗਿਆਨੀ ਰਾਮ ਸਿੰਘ ਚਹਿਲਾਂ ਤੋਂ ਨੌਜਵਾਨ ਮਾਪਿਆਂ ਲਈ ਆਪਣੇ ਬੱਚਿਆਂ ਦੀ ਪੈਰੈਂਟਿੰਗ ਬਾਰੇ ਵਿਚਾਰ ਸੁਣਦੇ ਹਾਂ। ਗੁਰਗਿਆਨ ਦਾ ਨਗਾਰਾ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਗਿਆਨ ਦਾ ਨਗਾਰਾ ਸਮੂਹ ਟੀਮ ਦਾ ਹਾਰਦਿਕ ਧੰਨਵਾਦ। ਸਾਡੀ ਪਿਆਰੀ ਬੇਟੀ ਸੁਖਮਨ ਕੌਰ ਹੋਸਟ ਦਾ ਧੰਨਵਾਦ। ਸਮੂਹ ਦਰਸ਼ਕਾਂ ਦਾ, ਸਾਡੇ ਸਪਾਂਸਰਸ ਦਾ ਤੇ ਸਾਡੇ ਜਿੰਨੇ ਵੀ ਵੈਲ ਵਿਸ਼ਰਸ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਇੱਕ ਮਹੀਨਾ ਹੋ ਗਿਆ, ਚੌਥਾ ਐਪੀਸੋਡ ਹੈ। ਪਹਿਲੇ ਐਪੀਸੋਡ ਦੇ ਵਿੱਚ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਵਿੱਚੋਂ ਗੁਰਗਿਆਨ ਦੇ ਮੋਤੀ, ਦਾ ਪਾਰਲਸ ਆਫ ਵਿਜ਼ਡਮ, ਗੁਰਬਾਣੀ ਦੀਆਂ ਸਿੱਖਿਆਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ ਨੇ। ਦੂਜੇ ਹਫਤੇ ਗੁਰ ਇਤਿਹਾਸ ਵਿੱਚੋਂ ਇੱਕ ਸਾਖੀ ਤੇ ਸਾਖੀ ਦੇ ਵਿੱਚੋਂ ਇੱਕ ਸਿੱਖਿਆ। ਤੀਜੇ ਹਫਤੇ ਗੁਰਮਤਿ ਦੇ ਨੁਕਤੇ। ਪਿਛਲੇ ਹਫਤੇ ਆਪਾਂ ਸੇਵਾ ਦਾ ਨੁਕਤਾ ਵਿਚਾਰਿਆ ਸੀ ਤਾਂ ਕਿ ਹਰ ਕੋਈ ਪਰਉਪਕਾਰੀ ਗੁਰਸਿੱਖ ਬਣੇ। ਹਰ ਇੱਕ ਦੇ ਅੰਦਰ ਦੂਸਰਿਆਂ ਦੇ ਲਈ ਕੁਝ ਕਰਨ ਦਾ ਜਜ਼ਬਾ, ਜਨੂਨ, ਇੱਕ ਲਗਨ ਪੈਦਾ ਹੋਵੇ। ਸਾਡਾ ਇਹ ਸ਼ੋਅ ਗੁਰਗਿਆਨ ਦਾ ਨਗਾਰਾ ਕਹਿੰਦੇ ਨੇ ਬੁਰਾਈਆਂ ਵਿਰੁੱਧ ਆਵਾਜ਼, ਸਾਊਂਡ ਅਗੇਂਸਟ ਈਵਿਲ। ਇਸ ਗੁਰਗਿਆਨ ਦੇ ਨਗਾਰੇ ਨੇ, ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੇ ਘਰ ਘਰ ਦੇ ਵਿੱਚ ਇੱਕ ਚੇਤਨਾ ਜਗਾਉਣੀ ਹੈ। ਕਲੈਕਟਿਵ ਕੌਨਸ਼ੀਅਸਨੈਸ ਪੈਦਾ ਹੋਣੀ ਹੈ। ਆਪਾਂ ਸਾਰਿਆਂ ਨੇ ਰਲ ਮਿਲ ਕੇ ਕਲੈਕਟਿਵ ਐਫਰਟਸ ਕਰਨੇ ਨੇ ਤੇ ਅੱਜ ਚੌਥਾ ਹਫਤਾ ਹੈ। ਚੌਥੇ ਹਫਤੇ ਆਪਾਂ ਸਾਡੇ ਨੌਜਵਾਨ ਜਿਹੜੇ ਮਾਪੇ ਨੇ, ਸਾਡੇ ਨੌਜਵਾਨ ਪੁੱਤਰ, ਸਾਡੀਆਂ ਧੀਆਂ, ਯੁੱਗ ਤੁਹਾਡਾ ਹੈ, ਯੁੱਗ ਤੁਹਾਡੇ ਬੱਚਿਆਂ ਦਾ। ਤੁਹਾਡੇ ਲਈ ਪੇਰੈਂਟਿੰਗ ਦੇ ਨੁਕਤੇ ਲੈ ਕੇ ਆਪਾਂ ਹਾਜ਼ਰ ਹੁੰਦੇ ਹਾਂ ਚੌਥੇ ਹਫਤੇ। ਸਾਰਿਆਂ ਦੇ ਘਰਾਂ ਵਿੱਚ ਇੱਕ ਬਚਪਨ ਹੁੰਦਾ ਹੈ, ਇੱਕ ਟੀਨਏਜ ਦਾ ਯੁੱਗ ਹੁੰਦਾ ਹੈ, ਇੱਕ ਜਵਾਨੀ ਹੁੰਦੀ ਹੈ। ਬਚਪਨ ਦੋ ਹਿੱਸਿਆਂ ਵਿੱਚ ਹੁੰਦਾ ਹੈ। ਇੱਕ ਹੈ 5 ਸਾਲ ਦੀ ਉਮਰ ਤੋਂ ਲੈ ਕੇ 7 ਸਾਲ ਦੀ ਉਮਰ ਤੱਕ। ਬਚਪਨ ਦਾ ਦੂਸਰਾ ਹਿੱਸਾ ਹੈ 8 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ। ਤੀਸਰਾ ਹਿੱਸਾ ਟੀਨਏਜ ਹੈ, ਜਿਹਨੂੰ ਕਿਸ਼ੋਰ ਅਵਸਥਾ ਕਹਿੰਦੇ ਹਾਂ ਅਸੀਂ, ਕੱਚੀ ਉਮਰ ਹੈ, 13 ਸਾਲ ਤੋਂ ਲੈ ਕੇ 19 ਸਾਲ, ਜਿਹਦੇ ਨਾਲ ਵੈਸਟਰਨ ਕੰਟਰੀਜ਼ ਵਾਲਿਆਂ ਨੇ ਇੰਗਲਿਸ਼ ਦੇ ਵਿੱਚ ਟੀਨ ਪਿੱਛੇ ਲਾਇਆ, 13, 14, 15, 19 ਤੱਕ। ਉਸ ਤੋਂ ਬਾਅਦ ਹੈ ਜਵਾਨੀ। ਬਚਪਨ ਇੱਕ ਕੋਰਾ ਕਾਗਜ਼ ਹੈ। ਜੋ ਬਚਪਨ ਨੂੰ ਸਿਖਾ ਦਿਓਗੇ, ਜਿਸ ਤਰ੍ਹਾਂ ਦਾ ਇੱਕ ਬੱਚੇ ਨੂੰ ਮਾਹੌਲ ਮਿਲੇਗਾ, ਉਹਦੇ ਅੰਦਰ ਇੱਕ ਸੋਚ ਦਾ ਮਹਿਲ ਘੜਿਆ ਜਾਏਗਾ। ਰੱਬ ਜਦੋਂ ਕਿਸੇ ਨੂੰ ਜਨਮ ਦਿੰਦਾ ਹੈ, ਇਹ ਗੱਲ ਯਾਦ ਰੱਖਿਓ, ਉਹ ਕਿਸ ਤਰ੍ਹਾਂ ਦੇ ਮਾਹੌਲ ਵਿੱਚ ਗਰੋ ਅਪ ਹੁੰਦਾ ਹੈ, ਉਹਦਾ ਅਸਰ ਉਹਦੇ 'ਤੇ ਪੈਂਦਾ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ। ਅਗਰ ਗੋਰਿਆਂ ਦਾ ਨਵ ਜਨਮਿਆ ਬੱਚਾ ਪੰਜਾਬ ਦੇ ਪਿੰਡਾਂ ਦੇ ਕਿਸੇ ਗਰੀਬ ਦੇ ਘਰ ਛੱਡ ਦਿਓ, ਉੱਥੇ ਉਹ ਪੰਜਾਬੀ ਸਿੱਖ ਲਏਗਾ, ਪੰਜਾਬੀ ਬੋਲੇਗਾ ਵੱਡਾ ਹੋ ਕੇ। ਉਹ ਉਹਨਾਂ ਗਰੀਬਾਂ ਵਾਂਗੂ ਓਏ ਓਏ ਕਹਿ ਕੇ ਹੀ ਬੁਲਾਏਗਾ, ਕਿਉਂਕਿ ਬੋਲੀ ਕਲਚਰ ਦੇ ਵਿੱਚੋਂ ਜੋ ਉਹਦੇ ਚਾਰ ਸਪੇਰੇ ਅਰਾਊਂਡਿੰਗ ਮਾਹੌਲ ਹੈ, ਉਹਦੇ ਸਰਾਊਂਡਿੰਗ ਜੋ ਮਾਹੌਲ ਹੈ, ਉਸ ਵਿੱਚੋਂ ਉਹਦੇ ਅੰਦਰ ਬੋਲੀ ਇੰਸਟਾਲ ਹੁੰਦੀ ਹੈ। ਦੂਸਰੀ ਉਦਾਹਰਣ, ਪੰਜਾਬ ਦੇ ਪਿੰਡਾਂ ਵਿੱਚੋਂ ਕਿਸੇ ਗਰੀਬ ਦਾ ਨਵ ਜਨਮਿਆ ਬੱਚਾ ਕਿਸੇ ਗੋਰੇ ਦੇ ਘਰ ਛੱਡ ਦਿਓ, ਡੈਫੀਨੇਟਲੀ ਉਹ ਇੰਗਲਿਸ਼ ਬੋਲੇਗਾ, ਉਹ ਵੈਸਟਰਨ ਕਲਚਰ ਨੂੰ ਅਡਾਪਟ ਕਰੇਗਾ। ਫਿਰ ਉਹਦੇ ਘਰ ਵਿੱਚ ਉਹਦੇ ਮਾਤਾ ਪਿਤਾ ਦਾ ਆਪਸ ਵਿੱਚ ਬਿਹੇਵੀਅਰ ਕਿਸ ਤਰ੍ਹਾਂ ਦਾ ਹੈ, ਵਰਤੋਂ ਵਿਵਹਾਰ ਕਿਸ ਤਰ੍ਹਾਂ ਦਾ ਹੈ, ਉਹਦੇ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਦੇ ਟੌਪਿਕ ਡਿਸਕਸ ਕਰਦੇ ਨੇ, ਇੱਕ ਦੂਸਰੇ ਦੇ ਨਿੰਦਾ ਕਰਦੇ ਨੇ, ਇੱਕ ਦੂਸਰੇ ਦੇ ਨੁਕਸ ਉਛਾਲਦੇ ਨੇ, ਜਾਂ ਉੱਥੇ ਹੈਲਦੀ ਟੌਪਿਕ ਡਿਸਕਸ ਹੁੰਦੇ ਨੇ। ਇਸ ਸਭ ਕੁਝ ਦਾ ਅਸਰ ਬੱਚੇ 'ਤੇ ਪੈਂਦਾ ਹੈ। ਜਿਹੜੀ ਸਾਡੀ ਕਿਸਮਤ ਹੈ, ਉਹ ਸਾਡੇ ਸਰਾਊਂਡਿੰਗ ਜੋ ਮਾਹੌਲ ਹੁੰਦਾ ਹੈ, ਉਹਦੇ ਵਿੱਚੋਂ ਸਾਡੀ ਕਿਸਮਤ ਘੜੀ ਜਾਂਦੀ ਹੈ।
ਬਚਪਨ ਇੱਕ ਕੋਰਾ ਕਾਗਜ਼ ਹੈ। ਬਹੁਤਿਆਂ ਦੇ ਘਰਾਂ ਵਿੱਚ ਜਾਂ ਬਹੁਤੇ ਜਿਹੜੇ ਨੌਜਵਾਨ ਮਾਪੇ ਨੇ ਉਹਨਾਂ ਦੇ ਇਹ ਗੱਲ ਜ਼ਿਹਨ ਵਿੱਚ ਹੀ ਨਹੀਂ ਆ ਰਹੀ ਕਿ ਬੱਚਿਆਂ ਦੇ ਲਈ ਕੁਝ ਟਾਈਮ ਕੱਢਣਾ ਹੈ। ਜੇ ਟਾਈਮ ਕੱਢਣਾ ਹੈ ਤਾਂ ਕਰਨਾ ਕੀ ਹੈ? ਬਹੁਤ ਜ਼ਰੂਰੀ ਹੈ। ਆਪਾਂ ਜਿਨ੍ਹਾਂ ਦੇਸ਼ਾਂ ਵਿੱਚ ਰਹਿ ਰਹੇ ਹਾਂ, ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਨੰਬਰ 1 ਕਰਜ਼ੇ ਦੀ ਬਹੁਤ ਵੱਡੀ ਪੰਡ ਹੈ। ਜਿੰਨਾ ਪੈਸਾ ਕਮਾਇਆ ਜਾਂਦਾ ਹੈ ਕੁਝ ਮੌਰਟਗੇਜ 'ਤੇ, ਕੁਝ ਇੰਸ਼ੋਰੈਂਸ 'ਤੇ, ਇੰਸਟਾਲਮੈਂਟਸ ਰਾਹੀਂ ਨਿਕਲ ਜਾਂਦਾ ਹੈ। ਦੂਸਰਾ, ਇੱਥੇ ਜਦੋਂ ਕੋਈ 8 ਘੰਟੇ ਕੰਮ ਕਰਕੇ ਆਉਂਦਾ ਹੈ ਉਹ ਫੁੱਲੀ ਟਾਇਰਡ ਹੁੰਦਾ ਹੈ, ਸਾਈਕੋਲੋਜੀਕਲੀ ਟਾਇਰਡ ਵੀ ਹੁੰਦਾ ਹੈ, ਬਰਡਨ ਵੀ ਹੁੰਦਾ ਹੈ, ਸਟ੍ਰੈਸ ਵੀ ਹੁੰਦਾ ਹੈ। ਉਹ ਘਰ ਵਿੱਚ ਆ ਕੇ ਉਦਾਸੀ ਬਣਦਾ ਹੈ, ਚਿੰਤਾਵਾਂ ਦੀਆਂ ਲਹਿਰਾਂ ਬਣਦਾ ਹੈ। ਇਹ ਸਭ ਕੁਝ ਦਾ ਬੱਚੇ 'ਤੇ ਅਸਰ ਪੈਂਦਾ ਹੈ। ਮੈਂ ਇੱਕ ਨੁਕਤਾ ਦੇਣਾ ਚਾਹਾਂਗਾ, ਜਿਹੜਾ ਬਚਪਨ ਦਾ ਪਹਿਲਾ ਹਿੱਸਾ ਹੈ, ਫਿਰ ਇਸ ਗੱਲ ਨੂੰ ਧਿਆਨ 'ਚ ਕਰਿਓ। ਬਚਪਨ ਦੇ 2 ਹਿੱਸੇ ਨੇ, 5 ਸਾਲ ਵਾਹਿਗੁਰੂ, ਇੱਕ ਹੈ 7 ਸਾਲ ਦੀ ਉਮਰ ਤੱਕ, ਇਸ ਤੋਂ ਪਹਿਲਾਂ। ਦੂਸਰਾ ਹਿੱਸਾ ਹੈ 8 ਸਾਲ ਤੋਂ ਲੈ ਕੇ 12 ਸਾਲ ਦੀ ਉਮਰ ਤੱਕ। ਜਿਹੜਾ ਬਚਪਨ ਦਾ ਪਹਿਲਾ ਹਿੱਸਾ ਹੈ, ਇਸ ਉਮਰ ਦੇ ਵਿੱਚ ਤੁਸੀਂ ਬੱਚੇ ਨੂੰ ਬੋਲ ਕੇ, ਕਹਿ ਕੇ ਨਹੀਂ ਸਿਖਾ ਸਕੋਗੇ। ਇਸ ਉਮਰ ਵਿੱਚ ਬੱਚਾ ਸੁਣ ਕੇ ਨਹੀਂ ਸਿੱਖਦਾ, ਉਹ ਦੇਖ ਕੇ ਸਿੱਖਦਾ ਹੈ। ਇਸ ਗੱਲ ਨੂੰ ਯਾਦ ਰੱਖਿਓ। ਤੇ ਇੱਕ ਜ਼ਿੰਦਗੀ ਦਾ ਟਿਪ ਦੇਣਾ ਚਾਹਾਂਗਾ ਜਿਹੜੇ ਸਾਡੇ ਨੌਜਵਾਨ ਪੁੱਤਰ ਧੀਆਂ ਨੇ। ਇੱਕ ਤਾਂ ਆਪਣੇ ਜ਼ਿਹਨ ਵਿੱਚ ਇਹ ਗੱਲ ਰੱਖ ਲਿਓ ਕਿ ਤੁਸੀਂ ਜੋ ਕੁਝ ਵੀ ਕਰ ਰਹੇ ਹੋ ਆਪਣੇ ਬੱਚਿਆਂ ਲਈ ਕਰ ਰਹੇ ਹੋ। ਤੁਸੀਂ ਜਿਹੜੀ ਸਖਤ ਮਿਹਨਤ ਕਰਦੇ ਹੋ ਉਹ ਬੱਚਿਆਂ ਦੇ ਜੀਵਨ ਨੂੰ ਕਰਨ ਵਾਸਤੇ ਕਰ ਰਹੇ ਹੋ। ਤੇ ਇੱਕ ਜ਼ਿੰਦਗੀ ਦਾ ਟਿਪ ਯਾਦ ਰੱਖਿਓ, 7 ਸਾਲ ਦੀ ਉਮਰ ਤੱਕ ਜਿੰਨਾ ਹੋ ਸਕੇ ਬੱਚੇ ਦੇ ਸਾਹਮਣੇ ਉਹਦੇ ਮਾਤਾ ਪਿਤਾ, ਪਤੀ ਪਤਨੀ ਆਪਸ ਵਿੱਚ ਖਿਜਣ ਨਾ। ਬੱਚੇ ਦੇ ਸਾਹਮਣੇ ਕਿਸੇ ਦਾ ਵੀ ਡਿਸਟਰਕਟਿਵ ਕ੍ਰਿਟੀਸਾਈਜ਼ ਨਾ ਕਰਿਓ। ਕਿਸੇ ਦੇ ਨੁਕਸ ਉਛਾਲਣੇ, ਸਵਾਦ ਲੈ ਲੈ ਕੇ ਗੱਲਾਂ ਕਰਨੀਆਂ, ਇਸ ਤਰ੍ਹਾਂ ਦੀ ਨਿੰਦਾ ਕਰਨੀ ਤੇ ਆਪਸ ਵਿੱਚ ਲੜਾਈ ਝਗੜਾ ਕਰਨਾ, ਉੱਚਾ ਨੀਵਾਂ ਬੋਲਣਾ, ਇਹ ਕਲਚਰ ਤੁਹਾਨੂੰ ਆਪਣੇ ਘਰਾਂ ਵਿੱਚੋਂ ਘਟਾਉਣਾ ਪਵੇਗਾ, ਖਤਮ ਕਰਨਾ ਪਵੇਗਾ। ਇਹ ਗੱਲ ਸੁਣ ਕੇ ਬਹੁਤਿਆਂ ਦੇ ਮਨ ਵਿੱਚ ਇਹ ਆ ਰਿਹਾ, ਨਹੀਂ ਜੀ ਇਹ ਤਾਂ ਬਹੁਤ ਔਖਾ ਹੈ ਜੀ। ਮਨ ਖਿੱਚ ਜਾਂਦਾ ਹੈ ਜੀ, ਮੰਨਦੇ ਆ ਖਿੱਚ ਜਾਂਦਾ ਹੈ। ਪਰ ਤੁਹਾਡੀ ਪੂੰਜੀ, ਤੁਹਾਡੇ ਸੁਪਨੇ, ਤੁਹਾਡਾ ਫਿਊਚਰ ਤੁਹਾਡੇ ਬੱਚੇ ਨੇ। ਯਾਦ ਰੱਖਿਓ ਇਹ ਗੱਲਾਂ। ਅਗਰ ਬੱਚੇ ਦੇ ਸਾਹਮਣੇ ਉਹਦੇ ਮੰਮੀ ਡੈਡੀ ਯਾਨੀ ਪਤੀ ਪਤਨੀ ਆਪਸ ਵਿੱਚ ਖਿੱਚਦੇ ਰਹਿਣਗੇ, ਉੱਚਾ ਨੀਵਾਂ ਬੋਲਣਗੇ, ਇੱਕ ਦੂਸਰੇ ਨੂੰ ਤਾਨੇ ਮਿਹਣੇ ਦੇਣਗੇ, ਝਗੜਾ ਕਰਨਗੇ, ਨੰਬਰ 1 ਉਹ ਬੱਚੇ ਚਿੜਚਿੜੇ ਹੋ ਜਾਣਗੇ, ਇਰੀਟੇਟਡ ਹੋ ਜਾਣਗੇ, ਤੁਹਾਡੀ ਜ਼ਿੰਦਗੀ ਦੇ ਨਿਸ਼ਾਨੇ ਅਧੂਰੇ ਰਹਿ ਜਾਣਗੇ। ਨੰਬਰ 2 ਉਹ ਜਿੱਦੀ ਬਣ ਜਾਣਗੇ, ਸਟਬਨ ਬਣ ਜਾਣਗੇ। ਤੁਸੀਂ ਕੋਈ ਗੱਲ ਕਹੋਗੇ ਉਹਨਾਂ ਜਿੱਦ ਕਰਕੇ ਮੰਨਣੀ ਨਹੀਂ, ਆਪਣੀ ਗੱਲ ਉਹਨਾਂ ਜਿੱਦ ਕਰਕੇ ਮਨਾ ਲੈਣੀ ਹੈ। ਜਿਨ੍ਹਾਂ ਘਰਾਂ ਵਿੱਚ ਪਤੀ ਪਤਨੀ ਦਾ ਕਲੇਸ਼ ਰਹਿੰਦਾ ਹੈ, ਝਗੜਾ ਰਹਿੰਦਾ ਹੈ, 4-4, 5-5 ਸਾਲ ਦੀ ਉਮਰ ਦੇ ਬੱਚੇ ਜਿੱਦੀ ਬਣ ਜਾਂਦੇ ਨੇ। ਉਹਨਾਂ ਦੇ ਜ਼ਿਹਨੀਅਤ ਦੇ ਵਿੱਚ, ਉਹਨਾਂ ਦੇ ਸਾਈਕੋਲੋਜੀਕਲੀ ਸਟਰਕਚਰ ਦੇ ਵਿੱਚ ਜ਼ਾਲਮਾਨਾ ਬਿਰਤੀ ਪੈਦਾ ਹੋ ਜਾਂਦੀ ਹੈ। ਉਹ ਬੱਚੇ ਵਾਇਲੈਂਟਡ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਵਾਇਲੈਂਸ ਪੈਦਾ ਹੋਣਾ, ਭੜਕਾਟ ਪੈਦਾ ਹੋਣੀ। ਉਸ ਸ਼ੁਰੂਆਤ ਵਿੱਚ ਜੇ ਘਰ ਵਿੱਚ 2 ਭਰਾ, 2 ਭੈਣਾਂ ਜਾਂ ਭੈਣ ਭਰਾ ਨੇ ਤਾਂ ਇੱਕ ਦੂਸਰੇ ਨਾਲ ਫਾਈਟਿੰਗ ਨਿਤ ਕਰਦੇ ਨੇ, ਛੋਟੀ ਛੋਟੀ ਗੱਲ ਤੇ ਝਗੜਦੇ ਨੇ, ਉੱਚੀ ਉੱਚੀ ਚੀਕਾਂ ਮਾਰ ਕੇ ਇੱਕ ਦੂਸਰੇ ਨੂੰ ਨੀਵਾਂ ਕਰਨਾ ਦਿਖਾਉਂਦੇ ਨੇ। ਇਸ ਲਈ ਤੁਹਾਡੇ ਬੱਚੇ ਤੁਹਾਡਾ ਫਿਊਚਰ ਹੈ, ਤੁਹਾਡੇ ਘਰ ਦਾ ਭਵਿੱਖ ਹੈ, ਦੇਸ਼ ਕੌਮ ਦਾ ਭਵਿੱਖ ਹੈ। ਇਹ ਯਾਦ ਰੱਖਿਓ। ਬਚਪਨ ਦਾ ਪਹਿਲਾ ਹਿੱਸਾ 7 ਸਾਲ ਮਾਤਾ ਪਿਤਾ ਆਪਸ ਵਿੱਚ ਝਗੜਾ ਨਾ ਕਰਨ। ਆਪਾਂ ਇਤਿਹਾਸ ਵਿੱਚੋਂ ਦੇਖਾਂਗੇ ਗੁਰੂ ਪਾਤਸ਼ਾਹ ਨੇ ਕਿਵੇਂ ਸਾਨੂੰ ਰਮਜ਼ਾਂ ਦਿੱਤੀਆਂ ਕਿ ਬਚਪਨ ਨੂੰ ਕਿਵੇਂ ਸੰਵਾਰਨਾ ਹੈ, ਸ਼ਿੰਗਾਰਨਾ ਹੈ। ਗੁਰਬਾਣੀ ਵਿੱਚ ਕਿੱਦਾਂ ਸਾਨੂੰ ਸਿੱਖਿਆਵਾਂ ਦਿੱਤੀਆਂ, ਇਹ ਆਪਾਂ ਸਾਂਝਾ ਕਰਾਂਗੇ। ਪਰ ਸਮਾਂ ਹੋ ਗਿਆ, ਲੈਂਦੇ ਹਾਂ ਥੋੜ੍ਹੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗਾ। ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ
ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਾਂ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟਾਂ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਆਪਾਂ ਵਿਚਾਰ ਰਹੇ ਸੀ ਤੁਹਾਡੇ ਬੱਚੇ ਤੁਹਾਡੇ ਘਰ ਦੀ ਰੌਣਕ ਨੇ। ਤੁਹਾਡੇ ਬੱਚੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਉਹਨਾਂ ਨੇ ਤੁਹਾਡੇ ਬੱਚੇ ਤੁਹਾਡਾ ਫਿਊਚਰ ਹੈ। ਕੇਵਲ ਤੁਹਾਡਾ ਫਿਊਚਰ ਨਹੀਂ ਹੈ। ਨੌਜਵਾਨ ਪੁੱਤਰੋ, ਧੀਓ, ਇਹ ਗੱਲ ਯਾਦ ਰੱਖਿਓ, ਤੁਹਾਡੇ ਬੱਚੇ ਇਸ ਦੇਸ਼ ਦਾ, ਸਿੱਖ ਕੌਮ ਦਾ, ਸਮਾਜ ਦਾ ਭਵਿੱਖ ਨੇ। ਯੁੱਗ ਉਹਨਾਂ ਦਾ ਆਉਣਾ ਹੈ। ਇੱਕ ਦਿਨ ਉਹਨਾਂ ਨੇ ਜ਼ਿੰਮੇਵਾਰ ਬਣਨਾ ਹੈ। ਉਹਦੀ ਘਾੜਤ ਤੁਸੀਂ ਕਰਨੀ ਹੈ। ਮੈਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਬੱਚੇ ਦੇ ਸਾਹਮਣੇ ਆਪਸ ਵਿੱਚ ਲੜਾਈ ਝਗੜਾ ਨਹੀਂ ਕਰਨਾ। ਜਿਸ ਤਰ੍ਹਾਂ ਦਾ ਉਸ ਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ, ਉਹਦੇ ਸਾਹਮਣੇ ਉਸ ਤਰ੍ਹਾਂ ਦਾ ਜਿਉਂ ਕੇ ਦਿਖਾ ਦਿਓ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਬੱਚਾ ਇੱਕ ਸਹਿਨਸ਼ੀਲਤਾ ਵਾਲਾ ਬਣੇ, ਉਹਦੇ ਅੰਦਰ ਪੇਸ਼ੈਂਸ ਹੋਵੇ, ਉਹਦੇ ਅੰਦਰ ਟੋਲਰੈਂਸ ਪਾਵਰ ਹੋਵੇ, ਤਾਂ ਉਸ ਨੂੰ ਪੇਸ਼ੈਂਸ ਵਾਲੀ ਲਾਈਫ ਜਿਉਂ ਕੇ ਦਿਖਾ ਦਿਓ। ਉਹਦੇ ਲਈ ਜਿਹੜਾ ਪਹਿਲਾ ਬਚਪਨ ਦਾ ਹਿੱਸਾ ਹੈ, 7 ਸਾਲ ਦੀ ਉਮਰ ਤੱਕ ਜਦੋਂ ਕੋਈ ਵੀ ਬੱਚਾ ਜਾਂ ਬੱਚੀ ਸਾਡੇ ਘਰ ਵਿੱਚ ਹੈ, ਤਾਂ ਇੱਕ ਦੂਸਰੇ ਦੀ ਗੱਲ ਸਹਾਰਨੀ ਸਿੱਖਣੀ ਪਵੇਗੀ ਘਰਾਂ ਦੇ ਵਿੱਚ। ਮੈਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ, ਜਦੋਂ ਮਨ ਖਿਜਿਆ ਹੋਵੇ, ਖਾਸ ਤੌਰ ਤੇ ਘਰ ਵਿੱਚ ਖਿਜਿਆ ਹੋਵੇ, ਵਾਟ ਸ਼ੁੱਡ ਵੀ ਡੂ, ਸਾਨੂੰ ਕੀ ਕਰਨਾ ਚਾਹੀਦਾ। ਹਾਊ ਕੈਨ ਵੀ ਅਵੋਇਡ ਫਰੋਮ ਐਂਗਰ, how can we manage our irritation, how can we manage our family environment, we have to learn। ਸਾਨੂੰ ਸਿੱਖਣਾ ਪਵੇਗਾ। ਸਾਨੂੰ ਆਪਣੇ ਜ਼ਿਹਨ ਵਿੱਚ ਇਸ ਚੀਜ਼ ਨੂੰ ਫਸਟ ਪ੍ਰਾਇੋਰਟੀ ਤੇ ਰੱਖਣਾ ਪਵੇਗਾ। ਮੈਂ ਗੁਰੂ ਪਾਤਸ਼ਾਹ ਦੇ ਇਤਿਹਾਸ ਵਿੱਚੋਂ 2 ਚੀਜ਼ਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹਾਂਗਾ। ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਦੂਸਰੇ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾਦਾ ਪੋਤਰਾ ਨੇ, ਕਿਉਂਕਿ 9ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ।
ਮੈਂ ਬੇਨਤੀ ਕਰਾਂ ਆਪਣੇ ਬੱਚਿਆਂ ਨੂੰ ਕਹੋ ਕਿ ਇਹ ਗੁਰਗਿਆਨ ਦਾ ਨਗਾਰਾ ਸ਼ੋਅ ਕਾਪੀ ਪੈਨ ਲੈ ਕੇ ਦੇਖਿਆ ਕਰੋ, ਨੋਟਸ ਬਣਾਇਆ ਕਰਨਾ। ਉਹਨਾਂ ਨੂੰ ਬਹੁਤ ਨੁਕਤੇ ਮਿਲਣਗੇ। ਤੁਸੀਂ ਜਿੰਨੇ ਵੀ ਦਰਸ਼ਕ ਦੇਖ ਰਹੇ ਹੋ, ਮੈਂ ਬੇਨਤੀ ਕਰਾਂ ਤੁਸੀਂ ਸਾਰੇ ਇੱਕ ਕਾਪੀ ਪੈਨ ਲੈ ਲਓ, ਨੋਟਸ ਬਣਾਓ। ਤੁਹਾਡੇ ਕੋਲ ਬਹੁਤ ਇੱਕ ਕੀਮਤੀ ਖਜ਼ਾਨਾ ਇਕੱਠਾ ਹੋਏਗਾ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਵਾਸਤੇ। ਤਾਂ ਧਿਆਨ ਦੇਣਾ, 6ਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ। 5 ਪੁੱਤਰ ਸਨ 6ਵੇਂ ਪਾਤਸ਼ਾਹ ਦੇ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਕਲੌਤੇ ਸਾਹਿਬਜ਼ਾਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ। 5ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਦਾਦਾ ਪੋਤਾ ਨੇ। ਉਧਰੋਂ ਦਾਦਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਵਿੱਚ ਵੀ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਵਿਆਹ ਤੋਂ ਬਹੁਤ ਸਾਲਾਂ ਬਾਅਦ, 2 ਦਹਾਕਿਆਂ ਬਾਅਦ। ਉਧਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਿੱਚ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਬਿਹਾਰ ਪਟਨਾ ਸਾਹਿਬ, ਅੱਜ ਕੱਲ੍ਹ ਬਿਹਾਰ ਹੈ, ਉਸ ਵੇਲੇ ਬੰਗਾਲ ਸੀ, ਤਾਂ ਉਹ ਵੀ ਬਹੁਤ ਸਾਲਾਂ ਬਾਅਦ ਬੱਚੇ ਦਾ ਜਨਮ ਹੁੰਦਾ ਹੈ, 2 ਦਹਾਕਿਆਂ ਬਾਅਦ। ਹੁਣ 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਇਹ ਵੀ ਦਾਦਾ ਪੋਤਾ ਨੇ, ਤੇ ਦੋਨਾਂ ਦਾ ਜਦੋਂ ਪ੍ਰਕਾਸ਼ ਹੁੰਦਾ ਹੈ ਮਾਤਾ ਪਿਤਾ ਦੇ ਵਿਆਹ ਤੋਂ ਕਿੰਨੇ ਸਾਲਾਂ ਬਾਅਦ। ਹੁਣ ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਘਰ ਦੇ ਵਿੱਚ ਭਰਾ ਕਲੇਸ਼ ਕਰਦਾ ਹੈ। ਪਿਰਥੀ ਚੰਦ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਭਰਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਇਆ ਜੀ, ਬਹੁਤ ਵਿਰੋਧ ਕਰਦੇ ਨੇ। 4 ਵਾਰੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਉਸ ਵੇਲੇ ਮੌਕੇ ਦੀ ਹਕੂਮਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵਿਰੋਧ ਕਰਦੀ ਹੈ। ਉਸ ਵੇਲੇ ਘਰ ਦੇ ਵਿੱਚ ਜੋ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ, ਉਹਨੂੰ ਸੰਸਕਾਰ ਦੇਣ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਖ-ਵੱਖ ਡਿਊਟੀਆਂ ਲਾਈਆਂ ਨੇ। ਇਸ ਗੁਰਸਿੱਖ ਦੀ ਡਿਊਟੀ ਲਾਈ ਤਾਂ ਗੁਰਬਾਣੀ ਦੇ ਅਰਥ ਸਿਖਾਉਣੇ ਨੇ। ਇਸ ਗੁਰਸਿੱਖ ਨੇ ਘੋੜ ਸਵਾਰੀ ਸਿਖਾਉਣੀ ਹੈ। ਇਸ ਗੁਰਸਿੱਖ ਨੇ ਸ਼ਸਤਰ ਵਿਦਿਆ ਸਿਖਾਉਣੀ ਹੈ। ਕਮਾਲ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਿੱਚ ਪਟਨਾ ਸਾਹਿਬ ਵਿੱਚ ਗੁਰੂ ਕਲਗੀਧਰ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਸਾਮ ਗਏ ਹੋਏ ਨੇ, ਜਿੱਥੇ ਅੱਜ ਗੁਰਦੁਆਰਾ ਧੋਬੜੀ ਸਾਹਿਬ ਹੈ। ਉੱਥੇ 2 ਰਾਜਿਆਂ ਦਾ ਮਿਲਾਪ ਕਰਵਾ ਰਹੇ ਨੇ, ਉਹਨਾਂ ਨੂੰ ਸਿੱਖਿਆਵਾਂ ਦੇ ਰਹੇ ਨੇ। ਘਰ ਦੇ ਵਿੱਚ ਸਾਹਿਬਜ਼ਾਦੇ ਦਾ ਪ੍ਰਕਾਸ਼ ਹੁੰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਰਉਪਕਾਰ ਨੂੰ ਫਸਟ ਪ੍ਰਾਇੋਰਟੀ ਤੇ ਰੱਖ ਕੇ ਕਹਿੰਦੇ ਨੇ ਕਿ ਮੈਂ ਹਲੇ ਨਹੀਂ ਆ ਸਕਦਾ। ਤੇ ਜਦੋਂ ਪਿਓ ਪੁੱਤਰ ਦਾ ਪਹਿਲੀ ਵਾਰ ਮਿਲਾਪ ਹੁੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 10ਵੇਂ ਪਾਤਸ਼ਾਹ ਨੂੰ ਪਹਿਲੀ ਵਾਰ ਮਿਲਦੇ ਨੇ, ਤਾਂ ਉਮਰ 3 ਸਾਲ ਦੀ ਹੋ ਚੁੱਕੀ ਹੈ। 3 ਸਾਲ ਉਹ ਆਏ ਨਹੀਂ ਘਰੇ। ਉੱਥੇ ਹੁਕਮਨਾਮੇ ਭੇਜਦੇ ਨੇ, ਫਲਾਣੇ ਗੁਰਸਿੱਖ ਦੀ ਡਿਊਟੀ ਲਾ ਦਿਓ। ਉਹ ਗੋਬਿੰਦ ਰਾਏ ਜੀ ਨੂੰ, ਕਿਉਂਕਿ ਪਹਿਲਾ ਨਾਮ ਗੋਬਿੰਦ ਰਾਏ ਸੀ, 1699 ਦੀ ਵਿਸਾਖੀ ਨੂੰ ਜਦੋਂ 5 ਪਿਆਰਿਆਂ ਦੀ ਸਾਜਨਾ ਕੀਤੀ, ਖਾਲਸੇ ਦੀ ਸਾਜਨਾ ਕੀਤੀ, 5 ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਤੇ ਨਾਮ ਗੋਬਿੰਦ ਸਿੰਘ ਬਣਿਆ ਤੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਬਣੇ। ਉਸ ਵੇਲੇ ਨਾਮ ਗੁਰੂ ਗੋਬਿੰਦ ਸਿੰਘ ਬਣਿਆ, ਪਹਿਲਾ ਨਾਮ ਗੋਬਿੰਦ ਰਾਏ ਸੀ। ਤਾਂ ਕਹਿੰਦੇ ਨੇ ਲਾਲ ਗੋਬਿੰਦ ਰਾਏ ਨੂੰ ਫਲਾਣੇ ਗੁਰਸਿੱਖ ਦੀ ਡਿਊਟੀ ਲਾ ਦਿਓ, ਉਹ ਗੁਰਬਾਣੀ ਦੇ ਅਰਥ ਸਿਖਾਉਣਗੇ। ਇਸ ਗੁਰਸਿੱਖ ਦੀ ਡਿਊਟੀ ਲਾ ਦਿਓ, ਉਹ ਸ਼ਸਤਰ ਵਿਦਿਆ ਸਿਖਾਉਣਗੇ। ਇਸ ਗੁਰਸਿੱਖ ਦੀ ਡਿਊਟੀ ਲਾ ਦਿਓ, ਘੋੜ ਸਵਾਰੀ ਤੀਰ ਅੰਦਾਜ਼ੀ ਸਿਖਾਉਣਗੇ। ਤਾਂ ਸਾਡੇ ਲਈ ਇੱਕ ਸਿੱਖਿਆ ਹੈ। ਜਦੋਂ ਅਸੀਂ ਕਹਿੰਦੇ ਹਾਂ ਸਾਡੇ ਕੋਲ ਟਾਈਮ ਨਹੀਂ, ਤਾਂ ਇਹਦਾ ਮਤਲਬ ਸਾਨੂੰ ਸੋਰਸਸ ਲੱਭਣੇ ਚਾਹੀਦੇ ਨੇ। ਕਿੱਥੋਂ ਬੱਚਾ ਕੀ ਸਿੱਖ ਸਕਦਾ ਹੈ? ਸਾਡੇ ਦੇਸ਼ਾਂ ਦੇ ਵਿੱਚ, ਇਹਨਾਂ ਵੈਸਟਰਨ ਕੰਟਰੀਜ਼ ਦੇ ਵਿੱਚ ਸਾਡੇ ਬੱਚੇ ਮਾਂ ਬੋਲੀ ਤੋਂ ਟੁੱਟ ਰਹੇ ਨੇ, ਮਾਂ ਬੋਲੀ ਤੋਂ ਦੂਰ ਜਾ ਰਹੇ ਨੇ। ਘਰ ਦੇ ਵਿੱਚ ਦਾਦਾ ਦਾਦੀ ਬੈਠੇ ਨੇ, ਜੇ ਉਹ ਪੰਜਾਬੀ ਪੜ੍ਹ ਲੈਂਦੇ ਨੇ ਤਾਂ ਦਾਦਾ ਦਾਦੀ ਪੰਜਾਬੀ ਸਿਖਾਉਣ ਵਾਸਤੇ ਜ਼ਿੰਮੇਵਾਰੀ ਸੰਭਾਲਣ, ਉਹਨਾਂ ਨੂੰ ਸਾਖੀਆਂ ਸੁਣਾਉਣ, ਉਹਨਾਂ ਨੂੰ ਗੁਰਮਤਿ ਦੀਆਂ ਪੁਸਤਕਾਂ ਪੜ੍ਹਾਉਣ। ਘਰ ਦੇ ਵਿੱਚ ਗੁਰਮਤਿ ਦਾ ਲਿਟਰੇਚਰ ਲਿਆ ਕੇ ਰੱਖੋ। ਜਿਹੜੀਆਂ ਪੁਸਤਕਾਂ ਬੱਚਿਆਂ ਦੇ ਲਈ ਬਣੀਆਂ ਨੇ, ਗੁਰਮਤਿ ਦੀਆਂ ਪੁਸਤਕਾਂ ਘਰ ਵਿੱਚ ਲੈ ਕੇ ਆਓ। ਫਿਰ ਜਿੱਥੇ ਗੁਰਮਤਿ ਦੀਆਂ ਕਲਾਸਾਂ ਹੁੰਦੀਆਂ ਨੇ, ਗੁਰਮਤਿ ਦੇ ਕੈਂਪ ਹੁੰਦੇ ਨੇ, ਬੱਚਿਆਂ ਨੂੰ ਉੱਥੇ ਲੈ ਕੇ ਜਾਓ। ਬੱਚਿਆਂ ਦੇ ਪਰਵਰਿਸ਼ ਲਈ ਜਿੱਥੇ ਅਸੀਂ ਉਹਨਾਂ ਨੂੰ ਖਾਣਾ ਦਿੰਦੇ ਹਾਂ, ਉੱਥੇ ਇਹ ਵੀ ਤਾਂ ਸਿਖਾਉਣਾ ਹੈ ਨਾ, ਉਸ ਖਾਣੇ ਦੀ ਕਦਰ ਕਰੋ। ਬੱਚੇ ਨੂੰ ਸਿਖਾਉਣਾ, ਬੇਟਾ ਖਾਣਾ ਸ਼ੁਰੂ
ਕਰਨ ਤੋਂ ਪਹਿਲਾਂ ਦੋਨੋਂ ਹੱਥ ਜੋੜ ਕੇ ਦਾਤੇ ਦਾ ਸ਼ੁਕਰਾਨਾ ਕਰਦੇ ਹਾਂ। ਪੜ੍ਹ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ, ਅਗੰਤ ਭਰੇ ਭੰਡਾਰ। ਇਹ 2 ਪੰਕਤੀਆਂ ਯਾਦ ਕਰਵਾ ਦਿਓ। ਫਿਰ ਉਸ ਨੂੰ ਇਹ ਵੀ ਯਾਦ ਕਰਵਾ ਦਿਓ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲਾ ਅਰਦਾਸ। ਤੇ ਨਾਲ ਉਹਨੂੰ ਇਹਦੇ ਅਰਥ ਪੜ੍ਹਾ ਦਿਓ ਕਿ ਅਸੀਂ ਹਰ ਵੇਲੇ ਰਿਅਲਾਈਜ਼ ਕਰਨਾ ਹੈ ਕਿ ਦਾਤੇ ਦਾ ਦਿੱਤਾ ਹੋਇਆ ਇਹ ਭੋਜਨ ਹੈ, ਫੂਡ ਹੈ। ਅਸੀਂ ਇਸ ਫੂਡ ਦੀ ਕਦਰ ਕਰਨੀ ਹੈ, ਅਸੀਂ ਜੂਠਾ ਨਹੀਂ ਛੱਡਣਾ, ਹੈਲਦੀ ਖਾਣਾ ਖਾਣਾ ਹੈ, ਅਨਹੈਲਦੀ ਨਹੀਂ ਖਾਣਾ। ਮਾਂ ਦਾ ਬਣਿਆ ਹੋਇਆ ਖਾਣਾ, ਦਾਦੀ ਮਾਂ ਦਾ ਬਣਿਆ ਹੋਇਆ ਖਾਣਾ, ਨਾਨੀ ਮਾਂ ਦਾ ਬਣਿਆ ਹੋਇਆ ਖਾਣਾ, ਉਹਦੇ 'ਚ ਮਾਂ ਦੀ, ਦਾਦੀ ਮਾਂ ਦੀ, ਨਾਨੀ ਮਾਂ ਦੀ ਭਾਵਨਾ ਹੁੰਦੀ ਹੈ। ਉਹਨੂੰ ਰੱਬ ਦੇ ਸ਼ੁਕਰਾਨੇ ਵਿੱਚ, ਦਾਦਾ ਦਾਦੀ, ਮਾਤਾ ਪਿਤਾ ਦੇ ਪਿਆਰ ਵਿੱਚ ਛਕਣਾ ਹੈ। ਤਾਂ ਬੱਚਿਆਂ ਨੂੰ ਸੰਸਕਾਰ ਦੇਣ ਵਾਸਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਦੋਂ ਗੁਰੂ ਕਲਗੀਧਰ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਉਹ ਪਟਨਾ ਸਾਹਿਬ ਵਿੱਚ ਨਹੀਂ ਹੈ, ਤਾਂ ਗੁਰਸਿੱਖਾਂ ਦੀ ਡਿਊਟੀ ਲਾਉਂਦੇ ਨੇ। ਇੱਕ ਗੱਲ ਹੋਰ ਬੜੀ ਕਮਾਲ ਦੀ, ਜਦੋਂ ਗੁਰੂ ਪਾਤਸ਼ਾਹ ਨੂੰ ਇਹ ਖਬਰ ਮਿਲਦੀ ਹੈ ਤੁਹਾਡੇ ਘਰ ਸਾਹਿਬਜ਼ਾਦੇ ਨੇ ਪ੍ਰਕਾਸ਼ ਧਾਰਨ ਕੀਤਾ ਹੈ, ਤਾਂ ਉੱਥੋਂ ਇੱਕ ਹੁਕਮਨਾਮਾ ਭੇਜਦੇ, ਬੜਾ ਕਮਾਲ ਦਾ। ਉਹਦੇ 'ਚ ਲਿਖਦੇ ਨੇ, ਲਾਲ ਜੀ ਨੂੰ ਕੁਛ ਨਹੀਂ ਕਹਿਣਾ, ਜੋ ਇਹ ਕਰੇਗਾ ਬਸ ਇਹਨਾਂ ਨੂੰ ਪਿਆਰ ਵੰਡਣਾ ਹੈ। ਇਹਨਾਂ ਦੇ ਜੋ ਕੌਤਕ ਨੇ, ਜੋ ਇਹਦੀਆਂ ਖੇਡਾਂ ਨੇ, ਇਹਨਾਂ ਦੀਆਂ, ਉਹਦੀ ਕਦਰ ਕਰਨੀ ਹੈ। ਇਹਦਾ ਮਤਲਬ ਜਿੰਨਾ ਹੋ ਸਕੇ ਪਹਿਲਾ ਜਿਹੜਾ ਬਚਪਨ ਦਾ ਹਿੱਸਾ ਹੈ, 7 ਸਾਲ ਦੀ ਉਮਰ ਤੱਕ, ਜਿੱਥੇ ਮਾਤਾ ਪਿਤਾ ਆਪਸ ਵਿੱਚ ਝਗੜਾ ਨਾ ਕਰਨ, ਉੱਥੇ ਬੱਚੇ ਨੂੰ ਵੀ ਕ੍ਰੋਧ ਵਿੱਚ ਝਿੜਕਣ ਤੋਂ ਬਚਿਆ ਜਾਵੇ। ਸੋਚ ਕੇ ਦੇਖੋ, ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਉਹਦੇ ਸਾਹਮਣੇ ਅਸੀਂ ਸਮਾਈਲੀ ਚਿਹਰਾ, ਸਮਾਈਲੀ ਫੇਸ ਲੈ ਕੇ ਹਰ ਵੇਲੇ ਉਹਦੇ ਸਾਹਮਣੇ ਹੁੰਦੇ ਹਾਂ। ਜਿਸ ਦਿਨ ਅਸੀਂ ਝਿੜਕਦੇ ਹੋਵਾਂਗੇ, ਉਹਦੇ ਮਨ 'ਚ ਕੀ ਬੀਤਦੀ ਹੋਏਗੀ, ਮੇਰੀ ਮਾਂ ਇਹੋ ਜਿਹੀ ਹੈ, ਮੇਰੇ ਪਿਤਾ ਇਹੋ ਜਿਹੇ ਨੇ। ਇਸ ਲਈ 2 ਚੀਜ਼ਾਂ ਯਾਦ ਰੱਖਿਓ। ਨੰਬਰ 1 ਤਾਂ ਜਿੰਨਾ ਚਿਰ ਉਹ 7 ਸਾਲ ਦੀ ਉਮਰ ਦਾ ਹੈ, ਜਿੰਨਾ ਹੋ ਸਕੇ ਪਤੀ ਪਤਨੀ ਬੱਚੇ ਦੇ ਸਾਹਮਣੇ ਖਿਜਣਾ ਨਹੀਂ। ਮਨ ਖਿਜ ਜਾਵੇ, as soon as possible we have to manage our emotions, we have to manage our sentiments। ਆਪਣੀ ਉਸ ਇਰੀਟੇਸ਼ਨ ਨੂੰ ਮੈਨੇਜ ਕਰਨਾ ਪਵੇਗਾ। ਕਦੀ ਵੀ ਉਹਦੇ ਸਾਹਮਣੇ ਝਗੜਾ ਨਹੀਂ ਕਰਨਾ। ਉਹਦੀ ਜ਼ਹਿਨੀਅਤ ਦੇ ਵਿੱਚ ਜ਼ਾਲਮਾਨਾ ਬਿਰਤੀ ਪੈਦਾ ਹੋ ਜਾਂਦੀ ਹੈ, ਚਿੜਚਿੜਾ ਹੋ ਜਾਏਗਾ। ਨੰਬਰ 2, ਜਿੰਨਾ ਹੋ ਸਕੇ ਉਸ ਨੂੰ ਝਿੜਕਣ ਤੋਂ ਬਚਿਓ। ਉਹਦੇ 4 ਚਫੇਰੇ ਕੁਛ ਮਾਹੌਲ ਪੈਦਾ ਕਰਨਾ ਹੈ। ਉਹ ਮਾਹੌਲ ਕਿਸ ਤਰ੍ਹਾਂ ਦਾ ਪੈਦਾ ਕਰਨਾ ਹੈ, ਲੈਂਦੇ ਹਾਂ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੋਵਾਂਗਾ। ਬਣੇ ਰਹਿਣਾ ਜੀ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ
ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ ਆਪਣਾ ਬਾਜ਼ਾਰ ਸਾਸਕਟੂਨ। ਵਾਈਟੀ ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ-ਇਨ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 26 43 ਤਰਨ 604 897 0363 ਔਰ ਫॉलो ਅਸ jytroofing.com। ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵੈਲਕਮ ਬੈਕ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਬਚਪਨ ਦਾ ਪਹਿਲਾ ਹਿੱਸਾ 7 ਸਾਲ ਦੀ ਉਮਰ ਜਾਂ ਇਸ ਤੋਂ ਛੋਟੇ ਬੱਚੇ ਸਾਡੇ ਘਰ ਵਿੱਚ ਨੇ, ਮਾਤਾ ਪਿਤਾ ਨੇ ਜਾਂ ਪਰਿਵਾਰਕ ਮੈਂਬਰਾਂ ਨੇ ਆਪਸ ਵਿੱਚ ਝਗੜਾ ਤਾਂ ਕਰਨਾ ਹੀ ਨਹੀਂ, ਕੋਸ਼ਿਸ਼ ਕਰਨੀ ਖਿਜਣਾ ਨਹੀਂ। ਜਿੰਨਾ ਹੋ ਸਕੇ ਇਸ ਉਮਰ ਤੱਕ ਉਸ ਨੂੰ ਝਿੜਕਣ ਤੋਂ, ਕ੍ਰੋਧਿਤ ਹੋਣ ਤੋਂ ਬਚਣਾ ਹੈ। ਉਸ ਤੋਂ ਬਾਅਦ ਬਹੁਤ ਜ਼ਰੂਰੀ ਹੈ ਤਾਂ ਪਹਿਲੇ 7 ਸਾਲ ਤੁਸੀਂ ਬੱਚੇ ਨੂੰ ਕਿਸ ਤਰ੍ਹਾਂ ਦਾ ਮਾਹੌਲ ਦੇਣਾ ਹੈ। ਉਹਦੇ ਲਈ ਨੰਬਰ 1 ਤਾਂ ਤੁਹਾਨੂੰ ਘਰ ਦੇ ਕੁਝ ਪ੍ਰੋਟੋਕੋਲ ਬਣਾਉਣੇ ਪੈਣਗੇ। ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨੀ। ਜਦੋਂ ਬੱਚਾ 7 ਸਾਲ ਦਾ ਹੈ ਉਹਦੇ ਸਾਹਮਣੇ ਇਲੈਕਟ੍ਰੋਨਿਕ ਗੈਜਟਸ ਵਰਤਣ ਤੋਂ ਸੰਕੋਚ ਕਰੋ। ਤੁਹਾਨੂੰ ਲੱਗਦਾ ਬੱਚਾ ਖੇਡ ਰਿਹਾ, ਤੁਸੀਂ ਫੇਸਬੁੱਕ ਦੇਖ ਰਹੇ ਹੋ, ਤੁਸੀਂ ਟੀਵੀ ਦੇਖ ਰਹੇ ਹੋ, ਇਹ ਚੀਜ਼ਾਂ ਦਾ ਬੱਚੇ ਤੇ ਅਸਰ ਪੈ ਰਿਹਾ, ਤਾਂ ਤੁਸੀਂ ਕੀ ਕਰੋ, ਜਿੰਨਾ ਚਿਰ ਬੱਚਾ 7 ਸਾਲ ਦਾ ਹੈ ਤੁਹਾਡੇ ਘਰ ਦੇ ਵਿੱਚ ਅੱਜ ਕੱਲ੍ਹ ਗੁਰਬਾਣੀ ਰੇਡੀਓ ਮਿਲ ਜਾਂਦੇ ਨੇ, ਹਰ ਵੇਲੇ ਸਹਿਜ ਪਾਠ ਚੱਲਦਾ ਹੋਵੇ। ਹੋ ਸਕੇ ਤਾਂ ਘਰ ਦੇ ਵਿੱਚ ਇੱਕ ਕਮਰਾ ਅਸੀਂ ਰੱਖੀਏ ਜਿੱਥੇ ਗੁਰਬਾਣੀ ਦੀਆਂ ਪੋਥੀਆਂ ਹੋਣ। ਹੋ ਸਕੇ ਤਾਂ ਉੱਥੇ ਪੋਥੀ ਪ੍ਰਕਾਸ਼ ਕਰਕੇ ਸਹਿਜ ਪਾਠ ਹੋਵੇ। ਲੱਗੇ ਇਹ ਗੁਰੂ ਮਹਾਰਾਜ ਦਾ ਕਮਰਾ ਹੈ, ਕਿਉਂਕਿ ਘਰ ਹੀ ਗੁਰੂ ਸਾਹਿਬ ਦਾ ਹੈ। ਇੱਕ ਮਾਹੌਲ ਬਣੇਗਾ। ਦੂਸਰੀ ਬਾਤ, ਹੋ ਸਕੇ ਤਾਂ ਘਰ ਦੇ ਵਿੱਚ ਅੱਜ 31 ਦੇ 31 ਰਾਗ ਤੁਹਾਨੂੰ YouTube ਤੋਂ ਮਿਲ ਜਾਣਗੇ, ਆਡੀਓ ਮਿਲ ਜਾਣਗੀਆਂ। 31 ਰਾਗ ਕੀਰਤਨ ਚੱਲਦਾ ਹੋਵੇ, ਘਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦਾ ਲਾਈਵ ਕੀਰਤਨ ਚੱਲਦਾ ਹੋਵੇ। ਇੱਕ ਰੂਮ ਦੇ ਵਿੱਚ ਗੁਰਬਾਣੀ ਦਾ ਸਹਿਜ ਪਾਠ ਚੱਲਦਾ ਹੋਵੇ। ਅੱਜ ਜੋਟੀਆਂ ਦੇ ਨਾਲ ਸਹਿਜ ਪਾਠ ਮਿਲ ਜਾਂਦਾ ਹੈ। ਤੁਸੀਂ ਸਾਰਾ ਪਰਿਵਾਰ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ YouTube ਤੋਂ ਕਰੋ। ਤੁਹਾਡੇ ਬੱਚੇ ਨੂੰ ਇੱਕ ਮਾਹੌਲ ਮਿਲੇਗਾ। ਸਾਡਾ YouTube ਚੈਨਲ ਹੈ ਗੁਰਗਿਆਨ TV, GURGYAN TV। ਉਹਦੇ ਤੇ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਅੱਧੇ ਘੰਟੇ ਦੇ ਵਿੱਚ ਇੱਕ ਅੰਗ ਦਾ ਅਰਥਾਂ ਸਮੇਤ ਸਹਿਜ ਪਾਠ ਹੈ। ਜਦੋਂ ਤੁਸੀਂ ਕਲਿੱਕ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਅੰਗ ਡਿਸਪਲੇ ਹੋ ਜਾਏਗਾ। ਉਹਨੂੰ ਫੋਲੋ ਕਰੋ, ਉਹਨੂੰ ਸੁਣੋ। ਜਦੋਂ ਛੋਟੀ ਉਮਰ ਵਿੱਚ 7 ਸਾਲ ਦੀ ਉਮਰ ਵਿੱਚ ਬੱਚਾ ਦੇਖਦਾ ਹੈ ਸਾਡਾ ਪਰਿਵਾਰ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰ ਰਿਹਾ ਹੈ, ਸਾਡੇ ਘਰ ਵਿੱਚ ਗੁਰਬਾਣੀ ਦਾ ਸਹਿਜ ਪਾਠ ਚੱਲ ਰਿਹਾ ਹੈ, ਸਾਡੇ ਘਰ ਵਿੱਚ 31 ਰਾਗਾਂ ਦਾ ਕੀਰਤਨ ਚੱਲ ਰਿਹਾ ਹੈ, ਤਾਂ ਬੱਚੇ ਤੇ ਬਹੁਤ ਸੋਹਣਾ ਇਸ ਚੀਜ਼ ਦਾ ਇੱਕ ਅਸਰ ਪੈਂਦਾ ਹੈ। ਫਿਰ ਇੱਕ ਯਤਨ ਹੋਰ ਕਰੋ ਇਸ ਉਮਰ ਦੇ ਵਿੱਚ। ਰਾਤ ਨੂੰ ਸੌਣ ਲੱਗਿਆ ਬੱਚੇ ਨੂੰ ਗੋਦੀ ਵਿੱਚ ਲੈ ਕੇ ਸੋਹਿਲਾ ਸਾਹਿਬ ਦਾ ਪਾਠ ਸਾਰਾ ਪਰਿਵਾਰ ਬੈਠ ਕੇ ਕਰੋ। ਜੇ ਘਰ ਦੇ ਵਿੱਚ ਇਸ ਤਰ੍ਹਾਂ ਗੁਰੂ ਸਾਹਿਬ ਦੀਆਂ ਪੋਥੀਆਂ ਵਾਸਤੇ ਅਸੀਂ ਅਲੱਗ ਕਮਰਾ ਰੱਖਿਆ ਹੋਇਆ ਤਾਂ ਉੱਥੇ ਬੈਠ ਕੇ ਕਰੋ। ਨਹੀਂ ਤਾਂ ਜਿੱਥੇ ਵੀ ਬੈਠ ਕੇ ਤੁਹਾਨੂੰ ਕੰਫਰਟੇਬਲ ਫੀਲ ਹੁੰਦਾ ਹੈ ਤਾਂ ਸਹਿਜ ਪਾਠ ਵਾਹਿਗੁਰੂ ਸੋਹਿਲਾ ਸਾਹਿਬ ਦਾ ਪਾਠ ਜੋਟੀਆਂ ਨਾਲ ਕਰੋ। ਇੱਕ ਜਣਾ ਅੱਗੋਂ ਪੰਕਤੀ ਬੋਲੇ, ਸਾਰਾ ਪਰਿਵਾਰ ਪਿੱਛੇ ਦੂਸਰੀ ਪੰਕਤੀ ਬੋਲੇ, ਫਿਰ ਤੀਸਰੀ ਪੰਕਤੀ। ਕੋਸ਼ਿਸ਼ ਕਰੋ ਸਪੀਡ ਸਲੋ ਰੱਖੋ, ਸਲੋ ਸਪੀਡ ਵਿੱਚ ਸੋਹਿਲਾ ਸਾਹਿਬ ਦਾ ਪਾਠ ਕਰੋ। ਤੁਸੀਂ ਦੇਖੋਗੇ 6 ਮਹੀਨਿਆਂ ਦੇ ਅੰਦਰ ਅੰਦਰ ਬੱਚੇ ਨੂੰ ਸੋਹਿਲਾ ਸਾਹਿਬ ਦੇ ਪਾਠ ਦੀਆਂ ਪੰਕਤੀਆਂ ਦਾ ਪਿਛਲਾ ਸ਼ਬਦ ਅੱਖਰ ਯਾਦ ਆਉਣਾ ਸ਼ੁਰੂ ਹੋ ਜਾਏਗਾ, ਉਹਦਾ ਇੰਟਰਸਟ ਬਣਨਾ ਸ਼ੁਰੂ ਹੋ ਜਾਏਗਾ। 1 ਸਾਲ ਦੇ ਅੰਦਰ ਅੰਦਰ ਉਹਨੂੰ ਜਦੋਂ ਸੋਹਿਲਾ ਸਾਹਿਬ ਦਾ ਪਾਠ ਯਾਦ ਹੋ ਜਾਏਗਾ ਉਹ ਤੁਹਾਡੇ ਨਾਲ ਬੋਲੇਗਾ। ਫਿਰ ਬੱਚੇ ਨੂੰ ਕਹੋ ਤੂੰ ਅੱਗੇ ਬੋਲ,
ਉਹਨੂੰ ਕਿੰਨਾ ਇੱਕ ਫਖਰ ਮਹਿਸੂਸ ਹੋਏਗਾ ਜੋ ਤੁਸੀਂ ਕਹੋਗੇ ਐ ਪੁੱਤ ਐ ਧੀਏ ਆ ਸਾਰੇ ਪਰਿਵਾਰ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਵਾ। ਫਿਰ ਸੋਦਰ ਸਾਹਿਬ ਜੀ ਦਾ ਪਾਠ ਕਰੋ ਪਰਿਵਾਰ ਨਾਲ ਬੈਠ ਕੇ। ਕੋਸ਼ਿਸ਼ ਕਰੋ ਪਰਿਵਾਰ ਵਿੱਚ ਬੈਠ ਕੇ ਇੱਕ ਸਾਖੀ ਇੱਕ ਜਾਣਾ ਪੜ੍ਹੇ। ਇੱਕ ਵਾਰੀ ਬੱਚੇ ਦੇ ਮਾਤਾ ਜੀ ਪੜ੍ਹ ਕੇ ਸੁਣਾਉਣ, ਇੱਕ ਵਾਰੀ ਪਿਤਾ ਜੀ ਪੜ੍ਹ ਕੇ ਸੁਣਾਉਣ। ਜਿਹੜੀ ਸਾਖੀ ਸੁਣਾਉਣੀ ਹੈ ਉਹ ਸਾਖੀ ਨੂੰ ਪਹਿਲਾਂ ਆਪ ਚੰਗੀ ਤਰ੍ਹਾਂ ਪੜ੍ਹ ਕੇ ਉਸ ਸੀਨ ਨੂੰ ਆਪਣੇ ਅੰਦਰ ਲਿਆਓ। ਇਹ ਮਾਹੌਲ ਸਿਰਜੋ। ਫਿਰ ਬੱਚੇ ਨਾਲ ਬੈਠ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲੋ, ਮੂਲ ਮੰਤਰ ਦਾ ਪਾਠ ਉਹਨੂੰ ਕਰਵਾਓ। ਉਹਦੇ ਲਈ ਥੋੜ੍ਹਾ ਥੋੜ੍ਹਾ ਟਾਈਮ ਕੱਢੋ। ਜਦੋਂ ਖਾਣਾ ਖਾਣ ਬੈਠੋ ਬੱਚੇ ਨੂੰ ਕਹੋ ਆਓ ਬੇਟਾ ਪੜ੍ਹੀਏ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿਨ ਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ। ਤੁਹਾਡਾ ਬੱਚਾ ਬਹੁਤ ਛੇਤੀ ਇਹ ਪੰਕਤੀਆਂ ਯਾਦ ਕਰ ਲਏਗਾ। ਫਿਰ ਉਸਨੂੰ ਕਹੋ ਬੇਟਾ ਜਦੋਂ ਇਸ਼ਨਾਨ ਕਰਨਾ ਹੈ ਉਸ ਵੇਲੇ ਪੰਕਤੀਆਂ ਪੜ੍ਹ ਲਿਆ ਕਰ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਬੱਚੇ ਦੇ ਸਾਹਮਣੇ ਸ਼ੁਕਰਾਨੇ ਦੀਆਂ ਗੱਲਾਂ ਕਰੋ। ਸ਼ੁਕਰ ਵਾਹਿਗੁਰੂ ਜੀ ਦਾ, ਉਹਨੇ ਆਪਾਂ ਨੂੰ ਆਹ ਦਾਤ ਦਿੱਤੀ ਹੈ। ਜਦੋਂ ਵੀ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਜੀਵਨ ਵਿੱਚ ਕੋਈ ਅਚੀਵਮੈਂਟ ਹੁੰਦੀ ਹੈ, ਕੋਈ ਪ੍ਰਾਪਤੀ ਹੁੰਦੀ ਹੈ, ਤਾਂ ਉਸ ਪ੍ਰਾਪਤੀ ਨੂੰ ਡਿਸਕਸ ਕਰਨ ਲੱਗਿਆ ਗਮਾਨ ਨਾ ਕਰੋ, ਹੰਕਾਰ ਨਾ ਕਰੋ। ਫੋਰ ਐਗਜ਼ਾਮਪਲ ਤੁਸੀਂ ਕਾਰ ਖਰੀਦੀ, ਤੁਸੀਂ ਨਵਾਂ ਘਰ ਖਰੀਦਿਆ, ਕੋਈ ਲੋਟ ਖਰੀਦੀ, ਤਾਂ ਉਸ ਵੇਲੇ ਸ਼ੁਕਰਾਨੇ ਵਿੱਚ ਗੱਲਾਂ ਕਰੋ। ਸ਼ੁਕਰ ਵਾਹਿਗੁਰੂ ਜੀ ਦਾ, ਉਹਨੇ ਆਪਾਂ ਨੂੰ ਇੰਨਾ ਦਿੱਤਾ ਹੈ, ਸਾਡੀ ਔਕਾਤ ਨਹੀਂ ਸੀ। ਸ਼ੁਕਰਾਨੇ ਦੀਆਂ ਗੱਲਾਂ ਕਰੋ। ਪਹਿਲੇ 7 ਸਾਲ ਬੱਚੇ ਦੇ ਸਾਹਮਣੇ ਉਹ ਟੌਪਿਕ ਬਿਲਕੁਲ ਡਿਸਕਸ ਨਹੀਂ ਕਰਨੇ ਜਿਹੜੇ ਟੌਪਿਕ 'ਤੇ ਤੁਸੀਂ ਡਿਸਸੈਟਿਸਫਾਈਡ ਹੋ, ਨਾ ਸੰਤੁਸ਼ਟ ਹੋ। ਬੱਚੇ ਦੇ ਅੱਗੇ ਪਿੱਛੇ ਕਰੋ। ਕਿਸੇ ਦੇ ਨੁਕਸ, ਕਿਸੇ ਵਾਰੀ ਨਿੰਦਾ ਬੱਚੇ ਦੇ ਸਾਹਮਣੇ ਬਿਲਕੁਲ ਨਾ ਕਰੋ। ਤਾਂ ਤੁਹਾਨੂੰ ਇੱਕ ਮਾਹੌਲ ਸਿਰਜਿਆ ਦਿਖਾਈ ਦੇਗਾ ਤੁਹਾਡੇ ਘਰ ਵਿੱਚ। ਉਸ ਮਾਹੌਲ ਦਾ ਅਸਰ ਬੱਚੇ ਦੀ ਘਾਟ ਕਰੇਗਾ। ਉਹਦੇ ਅੰਦਰ ਇੱਕ ਸੋਚ ਦਾ ਐਸਾ ਮਾਹੌਲ ਬਣਾਏਗਾ, ਐਸਾ ਇੱਕ ਮਹਿਲ ਬਣੇਗਾ ਸੋਚ ਦਾ, ਉਹ ਬੱਚਾ ਵੱਡਾ ਹੋ ਕੇ ਆਈਡੀਅਲ ਬਣੇਗਾ। ਜਦੋਂ ਤੁਸੀਂ ਆਪਸ ਵਿੱਚ ਪਤੀ ਪਤਨੀ, ਜੇ ਘਰ ਵਿੱਚ ਬਜ਼ੁਰਗ ਨੇ ਤਾਂ ਉਹਨਾਂ ਬਜ਼ੁਰਗਾਂ ਦੇ ਨਾਲ ਪਤੀ ਪਤਨੀ ਦਾ ਆਪਸ ਵਿੱਚ ਵਰਤੋਂ ਵਿਵਹਾਰ ਪਿਆਰ ਭਰਿਆ ਹੋਏਗਾ, ਸਤਿਕਾਰ ਭਰਿਆ ਹੋਏਗਾ, ਤਾਂ ਪਹਿਲੇ 7 ਸਾਲ ਬੱਚੇ ਨੂੰ ਕੁਝ ਵੀ ਸਿਖਾਉਣ ਦੀ ਲੋੜ ਨਹੀਂ। ਉਹ ਪਿਆਰ ਦੀਆਂ ਤਰੰਗਾਂ ਤੇ ਸਤਿਕਾਰ ਦੀਆਂ ਤਰੰਗਾਂ ਤੁਹਾਡੇ ਬੱਚੇ ਅੰਦਰ ਆਪਣੇ ਆਪ ਇੰਸਟਾਲ ਹੋ ਜਾਣਗੀਆਂ। ਉਹਦੇ ਲਈ ਜਿੰਨੇ ਵੀ ਨੌਜਵਾਨ ਪੁੱਤਰ ਧੀਆਂ ਨੇ, ਇੱਕ ਜ਼ਿੰਦਗੀ ਦਾ ਟਿਪ ਦੇਣਾ ਚਾਹਾਂਗਾ। ਕੋਸ਼ਿਸ਼ ਕਰਿਓ ਇੱਕ ਦੂਸਰੇ ਦੇ ਨੁਕਸ ਦੇਖਣੇ, ਕੰਮਾਂ 'ਚੋਂ ਨੁਕਸ ਲੱਭਣੇ, ਇਹ ਬਿਰਤੀ ਬੰਦ ਕਰ ਦਿਓ। ਰੱਬ ਨੇ ਕੋਈ ਵੀ ਪਰਫੈਕਟ ਨਹੀਂ ਬਣਾਇਆ। ਐ ਪੁੱਤਰੋ ਧੀਓ, ਰੱਬ ਨੇ ਜਿੰਨੇ ਵੀ ਆਪਾਂ ਪੈਦਾ ਕੀਤੇ ਆ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਜਦੋਂ ਕੋਈ ਕੰਮ ਕਰੇਗਾ ਨੁਕਸ ਤਾਂ ਰਹਿਣਗੇ। ਦਿਸ ਇਜ਼ ਅ ਨੈਚੁਰਲ ਪ੍ਰੋਸੈਸ। ਇਹ ਤਾਂ ਕੁਦਰਤ ਦਾ ਨਿਯਮ ਹੈ। ਘਰ ਦੇ ਵਿੱਚ ਪਤਨੀ ਦਾ ਆਪਣਾ ਇੱਕ ਯੋਗਦਾਨ ਹੈ, ਦਾਦਾ ਦਾਦੀ ਦਾ ਆਪਣਾ ਇੱਕ ਯੋਗਦਾਨ ਹੈ, ਪਤੀ ਦਾ ਆਪਣਾ ਇੱਕ ਯੋਗਦਾਨ ਹੈ, ਬੱਚਿਆਂ ਦਾ ਆਪਣਾ ਯੋਗਦਾਨ ਹੈ। ਹਰ ਕੋਈ ਆਪਣੇ ਆਪਣੇ ਲੈਵਲ ਤੇ ਘਰ ਦੇ ਲਈ ਕੁਛ ਨਾ ਕੁਛ ਬੈਟਰਮੈਂਟ ਲਈ ਕਰ ਰਿਹਾ। ਨੁਕਸ ਦੇਖਣ ਦੀ ਬਿਰਤੀ ਅੰਦਰ ਪੈਦਾ ਕਰ ਲਈ ਨਾ, ਤਾਂ ਫਿਰ ਤਾਨੇ ਮਿਹਣਿਆਂ ਦਾ ਮਾਹੌਲ ਸਿਰਜਿਆ ਜਾਏਗਾ, ਉਲਾਂਭਿਆਂ ਦਾ ਮਾਹੌਲ ਸਿਰਜਿਆ ਜਾਏਗਾ। ਤਾਨੇ ਮਿਹਣੇ ਤੇ ਉਲਾਂਭੇ ਜਿਹੜੇ ਨੇ ਉਹ ਮਨ ਵਿੱਚ ਕ੍ਰੋਧ ਪੈਦਾ ਕਰਦੇ ਨੇ, ਮਨ ਵਿੱਚ ਫਿੱਕਾਪਣ ਪੈਦਾ ਕਰਦੇ ਨੇ। ਉਹਦੇ ਨਾਲ ਫਿੱਕੇ ਬੋਲ ਹੁੰਦੇ ਨੇ। ਨਾਨਕ ਫਿੱਕਾ ਬੋਲਿਆ ਤਾਨ ਮਨ ਫਿੱਕਾ ਹੋਏ। ਇੱਕ ਦੂਸਰੇ ਤੋਂ ਦੂਰੀਆਂ ਪੈਦਾ ਹੁੰਦੀਆਂ ਨੇ, ਚਿੰਤਾਵਾਂ ਵੱਧਦੀਆਂ ਨੇ। ਘਰ ਦਾ ਮਾਹੌਲ ਚਿੰਤਾ ਦੀ ਚਿਖਾ ਬਣ ਜਾਂਦਾ ਹੈ। ਤੇ ਜੇ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਤਾਨੇ ਮਿਹਣਿਆਂ ਦਾ, ਉਲਾਂਭਿਆਂ ਦਾ, ਚਿੰਤਾਵਾਂ ਦਾ, ਖਿਜਣ ਦਾ, ਕ੍ਰੋਧੀ ਹੋਣ ਦਾ ਮਾਹੌਲ ਬੱਚੇ ਦੇ ਚਾਰ ਚੁਫੇਰੇ ਹੋਏਗਾ, ਬੱਚਾ ਚਿੜਚਿੜਾ ਹੋ ਜਾਏਗਾ, ਜਿੱਦੀ ਹੋ ਜਾਏਗਾ। ਉਹਦੀ ਜ਼ਹਿਨੀਅਤ ਵਿੱਚ ਜ਼ਾਲਮਾਨਾ ਬਿਰਤੀ ਪੈਦਾ ਹੋ ਜਾਏਗੀ, ਵਾਇਲੈਂਟਡ ਬਣੇਗਾ।
ਤੇ ਜਦੋਂ ਅਸੀਂ ਆਪਸੀ ਸਤਿਕਾਰ ਪੈਦਾ ਕਰਨਾ ਹੈ ਤਾਂ ਇਹ ਗੱਲ ਯਾਦ ਰੱਖਿਓ, ਗੁਰੂ ਪਾਤਸ਼ਾਹ ਨੇ ਬੜੀ ਕਮਾਲ ਦੀ ਇੱਕ ਬਾਤ ਸਿਖਾਈ ਹੈ, ਸਾਂਝ ਕਰੀ ਜਾਏ ਗੁਨਾਹ ਕੇਰੀ ਛੋੜ ਅਵਗਣ ਚੱਲੀ ਹੈ। ਜ਼ਿੰਦਗੀ ਦਾ ਇੱਕ ਟਿਪ ਦੇਣਾ ਚਾਹਾਂਗਾ ਇਹ ਨੌਜਵਾਨ ਪੁੱਤਰੋ ਧੀਓ, ਹਫਤੇ ਵਿੱਚੋਂ ਇੱਕ ਦਿਨ ਪ੍ਰਾਈਮ ਟਾਈਮ ਉਲੀਕੋ। ਇਹ ਤੁਹਾਨੂੰ ਪਤਾ ਹੈ ਤੁਹਾਡੇ ਘਰ ਦੇ ਮੈਂਬਰ ਕਿਹੜੇ ਵੇਲੇ ਸਾਰੇ ਇਕੱਠੇ ਬੈਠ ਸਕਦੇ ਆ, ਕਿਉਂਕਿ ਸ਼ਿਫਟਾਂ 'ਚ ਕੰਮ ਹੈ, ਕਿਸੇ ਦਾ ਰਾਤ ਨੂੰ ਕੰਮ ਹੈ, ਕਿਸੇ ਦਾ ਕਿੰਨੇ ਵਜੇ ਹੈ। ਕਿਹੜੇ ਦਿਨ ਤੇ ਕਿਹੜੇ ਸਮੇਂ ਤੇ ਤੁਸੀਂ ਸਾਰਾ ਪਰਿਵਾਰ ਬੈਠ ਸਕਦੇ ਹੋ? ਘੱਟੋ ਘੱਟ ਅੱਧਾ ਘੰਟਾ। ਜਦੋਂ ਬੈਠੋਗੇ ਵਾਟ ਸ਼ੁੱਡ ਯੂ ਡੂ? ਤੁਸੀਂ ਕਰਨਾ ਕੀ ਹੈ? ਇੱਕ ਦੂਸਰੇ ਦੇ ਕੀਤੇ ਹੋਏ ਉਦਮ, ਇੱਕ ਦੂਸਰੇ ਦੀ ਮਿਹਨਤ, ਇੱਕ ਦੂਸਰੇ ਦਾ ਟੈਲੈਂਟ, ਉਹਦੀ ਸ਼ਲਾਘਾ ਕਰੋ, ਹੌਸਲਾ ਵੰਡੋ ਇੱਕ ਦੂਸਰੇ ਨੂੰ। ਉਸ ਪ੍ਰਾਈਮ ਟਾਈਮ ਦੇ ਵਿੱਚ ਹੌਸਲਾ ਵੰਡੋਗੇ, ਖੁਸ਼ੀਆਂ ਉਗਣਗੀਆਂ। ਹੌਸਲਾ ਵੰਡਣ ਵਾਸਤੇ ਇੱਕ ਦੂਸਰੇ ਦੇ ਗੁਣ ਦੇਖਣੇ ਪੈਣਗੇ, ਚੰਗੇ ਕੰਮ ਦੇਖਣੇ ਪੈਣਗੇ। ਜੇ ਤੁਸੀਂ ਗੁਣ ਨਹੀਂ ਦੇਖੋਗੇ, ਚੰਗੇ ਕੰਮ ਨਹੀਂ ਦੇਖੋਗੇ, ਫਿਰ ਨੁਕਸ ਦੇਖੋਗੇ, ਉਲਾਂਭੇ ਦਿਓਗੇ। ਉਲਾਂਭਿਆਂ ਦੀ ਬਿਰਤੀ ਦੇ ਨਾਲ ਤਾਨੇ ਮਿਹਣੇ, ਡਿਪਰੈਸ਼ਨ ਹੋਵੇਗਾ। ਤਾਂ ਜਿਸ ਤਰ੍ਹਾਂ ਦਾ ਤੁਸੀਂ ਘਰ ਦਾ ਮਾਹੌਲ ਬਣਾ ਲਓਗੇ, ਬਚਪਨ ਦੇ ਪਹਿਲੇ ਹਿੱਸੇ ਵਿੱਚ ਉਹ ਬੱਚੇ ਦੀ ਸੋਚ ਤੇ ਸੁਭਾਅ ਦਾ ਇੱਕ ਮਹਿਲ ਉਸਰੇਗਾ। ਇਸ ਲਈ ਫਸਟ ਪ੍ਰਾਇੋਰਟੀ ਤੇ ਰੱਖੋ ਆਪਣੇ ਬੱਚਿਆਂ ਲਈ ਟਾਈਮ ਕੱਢਣਾ, ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ, ਆਪਣੇ ਬੱਚਿਆਂ ਦੇ ਲਈ ਇੱਕ ਵਧੀਆ ਮਾਹੌਲ ਘਰ ਦਾ ਬਣਾ ਕੇ ਰੱਖਣਾ, ਘਰ ਦਾ ਇੱਕ ਪ੍ਰੋਟੋਕੋਲ ਬਣਾਉਣਾ, ਘਰ ਦਾ ਮਾਹੌਲ ਪੀਸ ਆਫ ਮਾਈਂਡ ਵਾਲਾ ਬਣਾਉਣਾ। ਉੱਚੀ ਨਹੀਂ ਬੋਲਣਾ, ਇੱਕ ਦੂਸਰੇ ਨਾਲ ਤਕਰਾਰ ਨਹੀਂ ਕਰਨੇ, ਬਹਿਸ ਮੁਵਾਸੇ ਨਹੀਂ ਕਰਨੇ। ਅਗਲੇ ਮਹੀਨੇ ਚੌਥੇ ਹਫਤੇ ਫਿਰ ਪੇਰੈਂਟਿੰਗ ਦਾ ਇੱਕ ਨੁਕਤਾ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗਾ। ਅਗਲੇ ਹਫਤੇ, ਕਿਉਂਕਿ 5ਵਾਂ ਐਪੀਸੋਡ ਹੈ, ਅਗਲੇ ਮਹੀਨੇ ਦਾ ਪਹਿਲਾ ਐਪੀਸੋਡ ਹੈ, ਉਸ ਵਿੱਚ ਸ਼੍ਰੀ ਗੁਰਬਾਣੀ ਦੇ ਵਿੱਚੋਂ ਦਾ ਪਲਸ ਆਫ ਵਿਜ਼ਡਮ, ਗੁਰਬਾਣੀ ਦੀਆਂ ਸਿੱਖਿਆਵਾਂ, ਗਿਆਨ ਦੇ ਮੋਤੀ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। YouTube ਰਾਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਅੱਧੇ ਘੰਟੇ ਵਿੱਚ ਰੋਜ਼ਾਨਾ ਘਰਾਂ ਵਿੱਚ ਸਹਿਜ ਪਾਠ ਕਰਨ ਲਈ YouTube ਤੇ ਜਾ ਕੇ ਗੁਰਗਿਆਨ TV ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਬਾਓ ਜੀ। ਹਰ ਕੋਈ ਕੈਨੇਡਾ ਦੀ ਇਮੀਗ੍ਰੇਸ਼ਨ ਲੈਣੀ ਚਾਹੁੰਦਾ ਹੈ। ਮੈਂ ਪਰਮਜੀਤ ਕੌਰ ਯੂਨੀਵਰਸਲ ਇਮੀਗ੍ਰੇਸ਼ਨ ਸਾਸਕਟੂਨ ਵੱਲੋਂ ਤੁਹਾਡਾ ਇਹ ਸੁਪਨਾ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹਾਂ। ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਰਹਿੰਦੇ ਹੋਵੋ, ਸਟੂਡੈਂਟ ਵੀਜ਼ਾ, ਵਰਕ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਜਾਂ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਨੀਕ ਬਣਨਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਦਫ਼ਤਰ ਦਾ ਮਿਹਨਤੀ ਸਟਾਫ ਤੁਹਾਡੀਆਂ ਫਾਈਲਾਂ ਦੇ ਪ੍ਰਤੀ ਧਿਆਨਦਾਰੀ ਦੇ ਨਾਲ ਕੰਮ ਕਰਦਿਆਂ ਹੋਇਆਂ ਤੁਹਾਡੇ ਸੁਪਨੇ ਹੀ ਨਹੀਂ ਸਗੋਂ ਤੁਹਾਨੂੰ ਕੈਨੇਡਾ ਦੀ PR ਵੀ ਦਿਵਾਵੇਗਾ। ਕੈਲਗਰੀ ਅਤੇ ਆਸ-ਪਾਸ ਦੇ ਏਰੀਆ ਲਈ ਗ੍ਰੈਵਲ, ਵੀਪਿੰਗ ਟਾਇਲ, ਵਾਟਰਪ੍ਰੂਫਿੰਗ ਤੇ ਨਵੇਂ ਘਰਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਕਰੀਟ ਦੇ ਕੰਮ ਦੇ ਲਈ ਸੰਪਰਕ ਕਰੋ 3D ਕੰਕਰੀਟ ਐਂਡ ਗ੍ਰੈਵਲ। ਇਹਨਾਂ ਨੂੰ ਕੰਮ ਕਰਨ ਦੇ ਲਈ ਵਰਕਰਾਂ ਦੀ ਵੀ ਲੋੜ ਹੈ। ਇਹ LMI ਦੇ ਵਿੱਚ ਵੀ ਸਹਾਇਤਾ ਕਰ ਸਕਦੇ ਹਨ। ਕਾਲ 5878924466। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com। ਕੈਲਗਰੀ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨਵੇਂ ਘਰਾਂ ਦੀਆਂ ਫਾਊਂਡੇਸ਼ਨਸ ਦਾ ਕੰਮ ਕਰਵਾਉਣ ਦੇ ਲਈ ਸਾਡੇ ਨਾਲ ਸੰਪਰਕ ਕਰੋ ਰੈੱਡ ਸਟੋਨ ਕ੍ਰਿਬਿੰਗ। ਸਾਨੂੰ ਕੰਮ ਕਰਨ ਵਾਲੇ ਵਰਕਰਾਂ ਦੀ ਵੀ ਜ਼ਰੂਰਤ ਹੁੰਦੀ ਹੈ। ਅਸੀਂ LMI ਲੈ ਕੇ ਦੇਣ ਵਿੱਚ ਮਦਦ ਕਰਾਂਗੇ। ਸੰਪਰਕ ਕਰਨ ਲਈ ਫੋਨ ਨੰਬਰ 4034702260। ਰੋਜ਼ਾਨਾ ਜੀਵਨ ਵਿੱਚ ਕੰਮ ਦੇਣ ਵਾਲੀਆਂ ਘਰੇਲੂ ਵਸਤੂਆਂ ਖਰੀਦਣ ਲਈ ਆਪਣਿਆਂ ਦਾ ਅਤੇ ਆਪਣਿਆਂ ਲਈ ਆਪਣਾ ਬਾਜ਼ਾਰ ਸਾਸਕਟੂਨ ਵਿਜ਼ਿਟ ਕਰੋ। ਆਪਣਾ ਬਾਜ਼ਾਰ ਸਾਸਕਟੂਨ। YT ਰੂਫਿੰਗ ਵਾਲੇ 1995 ਤੋਂ ਲੋਅਰ ਮੇਨਲੈਂਡ ਵਿੱਚ ਰੂਫਿੰਗ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਅਸੀਂ ਹਰ ਤਰ੍ਹਾਂ ਦੀਆਂ ਛੱਤਾਂ ਬਦਲਦੇ ਹਾਂ, ਜਿਵੇਂ ਸ਼ਿੰਗਲ, ਟਾਇਲ, ਸੀਡਰ, ਫਲੈਟ ਰੂਫ। ਅਸੀਂ ਐਲੂਮੀਨੀਅਮ ਕਟਰ ਬਦਲ ਕੇ ਬਿਲਟ ਰਬਰ ਕਟਰ ਬਣਾ ਦਿੰਦੇ ਹਾਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 604 760 2643, ਤਾਰਨ 604 897 0363 ਔਰ ਫਾਲੋ ਅਸ jytroofing.com।
ਵਿਦੇਸ਼ਾਂ ਵਿੱਚ ਵਸਦੀ ਹੋਈ ਸਿੱਖ ਕੌਮ ਦੀ ਪੀੜ੍ਹੀ ਨੂੰ ਗੁਰੂ ਪਿਰਸੇ ਦਾ ਗਿਆਨ ਵੰਡਣ ਲਈ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਵਿੱਚ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰਵਾਓ ਜੀ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਆਨਲਾਈਨ ਕਲਾਸ ਅਟੈਂਡ ਕਰੋ ਜੀ। ਵਾਓ, ਜੋ ਵੀ ਗਿਆਨੀ ਰਾਮ ਸਿੰਘ ਚਹਿਲਾ ਜੀ ਦੇ ਵਿਚਾਰ ਇੱਕ ਵਾਰੀ ਸੁਣ ਲੈਂਦਾ ਹੈ ਉਸ ਦੇ ਅੰਦਰ ਸਿੱਖੀ ਪ੍ਰਤੀ ਪਿਆਰ ਵੀ ਜਾਗਦਾ ਹੈ ਅਤੇ ਆਪਣੇ ਬੱਚਿਆਂ ਨੂੰ ਗੁਰੂ ਵਿਰਸੇ ਨਾਲ ਜੋੜਨ ਲਈ ਜਜ਼ਬਾ ਵੀ ਪੈਦਾ ਹੁੰਦਾ ਹੈ। ਆਓ ਹੁਣ ਆਪਾਂ ਰਾਜਵੀਰ ਕੌਰ ਕੋਲੋਂ ਇੱਕ ਕਵਿਤਾ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਹਮਣੇ ਅੱਜ ਜੋ ਮੈਂ ਕਵਿਤਾ ਲੈ ਕੇ ਪੇਸ਼ ਹੋਈ ਹਾਂ ਉਹ ਕਵਿਤਾ ਦੋਨੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉੱਪਰ ਬੇਸਡ ਹੈ ਤੇ ਆਓ ਜ਼ਰਾ ਸੁਣਦੇ ਹਾਂ। ਦੇਖ ਮਾਏ ਮੇਰੀਏ ਰੰਗ ਕਰ ਤਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਆਨੰਦਪੁਰ ਸ਼ਹਿਰ ਤੋਂ ਚੱਲਣਾ ਬਰਾਤ ਨੇ ਗੌਣੀਆਂ ਨੇ ਕੋੜੀਆਂ ਹਨੇਰੀ ਕਾਲੀ ਰਾਤ ਨੇ ਖੁੱਲਣੇ ਨੇ ਪਾਗ ਮੇਰੇ ਖੁੱਲਣੇ ਨੇ ਪਾਗ ਮੇਰੇ ਸਾਰੇ ਪਰਿਵਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਤਰਤੀ ਹੈ ਹੋਰ ਸ਼ਹਿਰ ਤੇ ਬਰਾਤ ਹੋਰ ਨੇ ਪੁੱਤਰਾਂ ਦੇ ਸਹੁਰਿਆਂ ਦਾ ਖਾਨਦਾਨ ਹੋਰ ਹੈ ਤਰਤੀ ਹੈ ਹੋਰ ਸ਼ਹਿਰ ਤੇ ਬਰਾਤ ਹੋਰ ਨੇ ਪੁੱਤਰਾਂ ਦੇ ਸਹੁਰਿਆਂ ਦਾ ਖਾਨਦਾਨ ਹੋਰ ਹੈ ਹੋਣਗੇ ਸੁਹਾਗ ਇਹ ਹੋਣਗੇ ਸੁਹਾਗ ਇਹ ਅਨੋਖੀ ਜਹੀ ਨਾਰ ਦੇ ਹੋਣਗੇ ਸੁਹਾਗ ਇਹ ਅਨੋਖੀ ਜਹੀ ਨਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਸਰਸਾਂ ਦੇ ਕੰਢੇ ਹੋਣੀ ਮਿਲਣੀ ਅਖੀਰ ਦੀ ਦੇਖੇਗਾ ਜ਼ਮਾਨਾ ਸਾਰਾ ਖੇਡ ਤਕਦੀਰ ਦੀ ਸਰਸਾਂ ਦੇ ਕੰਢੇ ਹੋਣੀ ਮਿਲਣੀ ਅਖੀਰ ਦੀ ਵੇਖੇਗਾ ਜ਼ਮਾਨਾ ਸਾਰਾ ਖੇਡ ਤਕਦੀਰ ਦੀ ਪੈਣਗੇ ਵਿਛੋੜੇ ਮਾਏ ਪੈਣਗੇ ਵਿਛੋੜੇ ਮਾਏ ਆਂਦਰਾਂ ਦੇ ਪਿਆਰ ਦੇ ਪੈਣਗੇ ਵਿਛੋੜੇ ਮਾਏ ਆਂਦਰਾਂ ਦੇ ਪਿਆਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਵੇਖ ਮਾਏ ਮੇਰੀਏ ਰੰਗ ਕਰ ਤਾਰ ਦੇ ਵੇਖ ਮਾਏ ਮੇਰੀਏ ਰੰਗ ਕਰ ਤਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਲਿਖੇ ਨੇ ਸੰਜੋਗ ਕਿਵੇਂ ਅਜੀਤ ਤੇ ਜੁਝਾਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Wow, Rajveer Kaur ji, kamal hai. I was very heart touched by this lovely kavita that was sang by Rajveer Kaur.
ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਗਿਆਨੀ ਰਾਮ ਸਿੰਘ ਜੀ ਚਹਿਲਾਂ ਵੱਲੋਂ ਗੁਰਗਿਆਨ ਇੰਟਰਨੈਸ਼ਨਲ ਆਨਲਾਈਨ ਅਕੈਡਮੀ ਚਲਾਈ ਜਾ ਰਹੀ ਹੈ। ਜਿਹੜੇ ਵੀ ਬੱਚੇ ਘਰ ਬੈਠੇ ਮਾਂ ਬੋਲੀ ਪੰਜਾਬੀ ਸਿੱਖਣੀ ਚਾਹੁੰਦੇ ਹਨ ਅਤੇ ਗੁਰੂ ਵਿਰਸੇ ਦਾ ਗਿਆਨ ਪ੍ਰਾਪਤ ਕਰਨ ਲਈ ਕਲਾਸਾਂ ਲਾਉਣੀਆਂ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ gurgyan.com ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਕਲਾਸਾਂ ਹਰੇਕ ਸੈਟਰਡੇ ਨੂੰ ਹੁੰਦੀਆਂ ਨੇ। ਜਿਨ੍ਹਾਂ ਨੂੰ ਇਹ ਸ਼ੋਅ ਚੰਗਾ ਲੱਗ ਰਿਹਾ ਹੈ ਉਹ ਸਾਨੂੰ ਸਪੋਰਟ ਦੇਣ ਲਈ ਆਪਣੇ ਕਾਰੋਬਾਰ ਦੀ ਐਡ ਦੇ ਕੇ ਜ਼ਰੂਰ ਸਪਾਂਸਰ ਕਰਨ। ਐਡ ਦੇਣ ਲਈ ਸੰਪਰਕ ਕਰੋ 6395904464 639 590 4464। ਆਓ ਹੁਣ ਆਪਾਂ ਲੋਕਪ੍ਰੀਤ ਸਿੰਘ ਜੀ ਤੋਂ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਓਪਰਚੁਨਿਟੀਆਂ ਬਾਰੇ ਟਾਕ ਕਰੂੰਗਾ। ਓਪਰਚੁਨਿਟੀਆਂ ਲਾਈਫ ਵਿੱਚ ਘਟਦੀਆਂ ਅਤੇ ਵੱਧਦੀਆਂ ਰਹਿੰਦੀਆਂ ਹੈ। ਫੋਰ ਐਗਜ਼ਾਮਪਲ, ਜੇ ਤੁਸੀਂ ਇਸ 18 ਸਾਲਾਂ 'ਚ ਡਿਸਓਬੀਡੀਐਂਟ ਹੋ ਕੇ ਲਿਵ ਕਰੋਗੇ ਅਤੇ ਜੇ ਤੁਸੀਂ ਬਾਹਰ ਬਿਨਾਂ ਪਰਮਿਸ਼ਨ ਤੋਂ ਜਾਵਾਂਗੇ, ਤੁਹਾਡੀਆਂ ਓਪਰਚੁਨਿਟੀਆਂ ਘਟਣ ਲੱਗ ਜਾਂਦੀਆਂ ਹੈ। ਪਰ ਜੇ ਤੁਸੀਂ ਆਪਣੇ ਇਸ 18 ਸਾਲਾਂ ਦੇ ਵਿੱਚ ਹਾਰਡ ਵਰਕ ਤੇ ਅਰਨ ਕਰੋਗੇ, ਫਿਰ ਤੁਹਾਨੂੰ ਓਪਰਚੁਨਿਟੀਆਂ ਆਉਂਦੀਆਂ ਅਤੇ ਜਾਂਦੀਆਂ ਰਹੂੰਗੀਆਂ। ਹੁਣ ਮੈਂ ਓਪਰਚੁਨਿਟੀਆਂ ਦੇ ਫਾਇਦੇ ਦੱਸੂੰਗਾ। ਓਪਰਚੁਨਿਟੀਆਂ ਦੇ ਨਾਲ ਫਾਇਦੇ ਬਹੁਤ ਹੈ। ਜੇ ਤੁਸੀਂ ਆਪਣੇ 18 ਸਾਲਾਂ 'ਚ ਅਰਨ ਕਰਕੇ ਕੱਟੋਗੇ, ਫਿਰ ਤੁਹਾਨੂੰ ਆਪਣੇ ਨੀਅਰ ਅਰਾਊਂਡ 60 ਈਅਰਸ ਬਿਨਾਂ ਟੈਨਸ਼ਨ ਤੋਂ ਲੰਘਾਵਾਂਗੇ ਤੁਸੀਂ, ਅਤੇ ਤੁਸੀਂ ਸੋਚੋਗੇ ਕਿ ਮੈਂ ਕਿੰਨਾ ਅਰਨ ਕੀਤਾ ਅਤੇ ਉਹ ਫਾਈਨਲੀ ਪੇ ਆਫ ਹੋ ਗਿਆ। ਤੁਸੀਂ ਨਾਲੇ ਜੋ ਮਰਜ਼ੀ ਟਾਈਪ ਦੀ ਓਪਰਚੁਨਿਟੀਜ਼ ਕਰ ਸਕਣਗੇ। ਪਰ ਜੇ ਤੁਸੀਂ ਡਿਸਓਬੀਡੀਐਂਟ ਹੋ ਕੇ ਆਪਣੇ 18 ਸਾਲਾਂ ਲੰਘਾਵਾਂਗੇ, ਫਿਰ ਤੁਸੀਂ ਆਪਣੀਆਂ ਓਪਰਚੁਨਿਟੀਆਂ ਸ਼ੋਰਟਨ ਕਰਦੇ ਹਾਂ। ਭਾਵੇਂ ਤੁਸੀਂ ਆਪਣੇ ਇਸ 60 ਈਅਰਸ ਅਰਨ ਕਰੋਗੇ, ਫਿਰ ਵੀ ਤੁਸੀਂ ਪਛਤਾਵਾਂਗੇ ਕਿ ਮੈਂ ਉਦੋਂ ਕੰਮ ਕਿਉਂ ਨਹੀਂ ਕਰ ਸਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਓ, ਅਸੀਂ ਧੰਨਵਾਦੀ ਹਾਂ ਲੋਕਪ੍ਰੀਤ ਸਿੰਘ ਜੀ ਦੇ, ਜਿਨ੍ਹਾਂ ਨੇ ਬਹੁਤ ਹੀ ਕੀਮਤੀ ਵਿਚਾਰ ਸੁਣਾਏ ਹਨ। ਆਓ ਹੁਣ ਆਪਾਂ ਮਿਲਨ ਕੌਰ ਜੀ ਤੋਂ ਪੇਰੈਂਟਸ ਦੀ ਵੈਲਿਊ ਬਾਰੇ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Today I will talk about the importance of parents. ਪਹਿਲਾਂ ਤਾਂ ਆਪਾਂ ਇੰਨੇ ਲੱਕੀ ਹਾਂ ਕਿ ਆਪਣੇ ਕੋਲ ਆਪਣੇ ਮਮ ਡੈਡ ਹੈਗੇ ਆ। ਉਹਨਾਂ ਨੇ ਆਪਣੇ ਲਈ ਕਿੰਨਾ ਕੁਝ ਸੈਕਰੀਫਾਈਸ ਕੀਤਾ ਆਪਣੀਆਂ ਖੁਸ਼ੀਆਂ ਲਈ। ਆਪਾਂ ਨੂੰ ਕਦੇ ਵੀ ਉਹਨਾਂ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੀਦੀ ਅਤੇ ਆਲਵੇਜ਼ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ। ਇਮੈਜਿਨ ਕਰੋ ਕੀ ਹੋਊਗਾ ਜੇ ਆਪਣੇ ਕੋਲ ਪੇਰੈਂਟਸ ਨਾ ਹੋਣਗੇ। ਤੁਸੀਂ ਕੀ ਕਰੋਗੇ? ਆਪਾਂ ਕਿਵੇਂ ਉਹਨਾਂ ਦੇ ਬਗੈਰ ਜੀਵਾਂਗੇ? ਪੇਰੈਂਟਸ ਆਪਾਂ ਨੂੰ ਆਲਵੇਜ਼ ਆਪਾਂ ਨੂੰ ਜੋ ਕੁਛ ਦਿੰਦੇ ਆ ਆਪਣੇ ਭਲੇ, ਮਾਂ ਪਿਓ ਆਪਾਂ ਨੂੰ ਆਲਵੇਜ਼ ਉਹੀ ਕੁਛ ਦਿੰਦੇ ਆ ਜੋ ਕੁਛ ਆਪਾਂ ਮੰਗਦੇ ਹਾਂ, ਭਾਵੇਂ ਉਹਦੀ ਜਿੰਨਾ ਮਰਜ਼ੀ ਐਕਸਪੈਂਸਿਵ ਹੋਵੇ ਜਾਂ ਕਿੰਨਾ ਡਿਫੀਕਲਟ ਹੋਵੇ। ਉਹ ਤਾਂ ਆਪਣੇ ਲਈ ਤਾਰੇ ਵੀ ਲੈ ਕੇ ਆ ਸਕਦੇ ਆ ਆਸਮਾਨ ਵਿੱਚੋਂ। ਉਹ ਜੇ ਆਪਣੇ ਤੇ ਕੋਈ ਵੀ ਕਦੇ ਵੀ ਯੈਲ ਕਰਦੇ ਆ ਜਾਂ ਆਪਾਂ ਨੂੰ ਕੋਈ ਵੀ ਚੀਜ਼ ਤੋਂ ਰੋਕਦੇ ਆ, ਆਪਾਂ ਨੂੰ ਕਦੇ ਵੀ ਉਹਨਾਂ ਤੇ ਗੁੱਸਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਆਪਣੇ ਭਲੇ ਲਈ ਕਹਿੰਦੇ ਆ। ਅੱਜ ਕੱਲ੍ਹ ਆਪਾਂ ਫੋਨਸ ਤੇ ਇਲੈਕਟ੍ਰੋਨਿਕਸ ਦੇ ਨਾਲ ਬਹੁਤ ਹੀ ਅਟੈਚਡ ਹੋ ਰਹੇ ਆ ਅਤੇ ਆਪਾਂ ਉਹਨਾਂ ਨੂੰ ਆਪਣੇ ਮਾਤਾ ਪਿਤਾ ਬਣਾ ਰਹੇ ਆ ਅਤੇ ਆਪਾਂ ਆਪਣੇ ਅਸਲੀ ਪੇਰੈਂਟਸ ਬਾਰੇ ਭੁੱਲ ਰਹੇ ਆ। ਆਪਣੀ ਲਾਈਫ ਵਿੱਚੋਂ ਐਟਲੀਸਟ 5 ਮਿੰਟ ਕੱਢ ਕੇ ਇਹ ਸੋਚੋ ਕਿ ਆਪਣੇ ਪੇਰੈਂਟਸ ਨੇ ਆਪਣੇ ਲਈ ਕੀ ਕੁਛ ਕੀਤਾ ਅਤੇ ਉਹ ਕਿੰਨਾ ਆਪਾਂ ਨੂੰ ਪਿਆਰ ਕਰਦੇ ਆ। ਆਪਾਂ ਨੂੰ ਗ੍ਰੇਟਫੁਲ ਹੋਣਾ ਚਾਹੀਦਾ ਆ ਕਿ ਆਪਣੇ ਕੋਲ ਮਮ ਡੈਡ ਹੈਗੇ ਆ, ਕਿਉਂਕਿ ਆਪਾਂ ਨੂੰ ਗ੍ਰੇਟਫੁਲ ਹੋਣਾ ਚਾਹੀਦਾ ਕਿ ਆਪਣੇ ਕੋਲ ਮਾਂ ਪਿਓ ਹੈਗੇ ਆ, ਕਿਉਂਕਿ ਇਹ ਦੁਨੀਆ 'ਚ ਕਈ ਨਿਆਣਿਆਂ ਕੋਲ ਨਹੀਂ ਹੈਗੇ ਅਤੇ ਉਹ ਤਰਸਦੇ ਆ ਪੇਰੈਂਟਸ ਦੇ ਪਿਆਰ ਨੂੰ। ਆਪਾਂ ਨੂੰ ਪਲੀਜ਼ ਇਹ ਮੈਸੇਜ ਡਿਸਰਿਗਾਰਡ ਨਾ ਕਰਿਓ ਅਤੇ ਆਪਣੀ ਲਾਈਫ ਵਿੱਚੋਂ ਇੱਕ ਮੂਮੈਂਟ ਕੱਢ ਕੇ ਆਪਣੇ ਪੇਰੈਂਟਸ ਨੂੰ ਥੈਂਕ ਯੂ ਕਰੋ ਅਤੇ ਉਹਨਾਂ ਨੂੰ ਇੱਕ ਗਲਫੜੀ ਪਾਓ ਅਤੇ ਉਹਨਾਂ ਨੂੰ ਕਹੋ ਕਿ ਥੈਂਕ ਯੂ ਮੰਮਾ ਜਾਂ ਥੈਂਕ ਯੂ ਪਾਪਾ ਕਿ ਤੁਸੀਂ ਸਾਡੇ ਲਈ ਕੀ ਕੁਛ ਕੀਤਾ ਆ। ਆਪਣੇ ਮਾਂ ਪਿਓ ਨਾਲ ਸਪੈਂਡ ਟਾਈਮ ਕਰੋ, ਕਿਉਂਕਿ ਆਪਾਂ ਨੂੰ ਕਦੇ ਵੀ ਪਤਾ ਨਹੀਂ ਕਦੋਂ ਆਪਾਂ ਨੂੰ ਛੱਡ ਕੇ ਜਾਵਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੂਬ, ਬਹੁਤ ਖੂਬ, ਕਿਆ ਬਾਤ ਹੈ। ਮਿਲਨ ਕੌਰ ਜੀ ਦੇ ਵਿਚਾਰ ਇੱਕ ਹਿਲਾਉਣਾ ਦਿੰਦੇ ਨੇ। ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਦਿਸ ਵਿਦ ਅਸ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਵੀ ਸਾਨੂੰ ਸਮਝਾਇਆ ਗਿਆ ਹੈ ਕਿ ਆਪਣੇ ਮਾਪਿਆਂ ਨਾਲ ਜ਼ਿੱਦ ਕਰਨੀ, ਲੜਾਈ ਝਗੜਾ ਕਰਨਾ ਬਹੁਤ ਵੱਡਾ ਪਾਪ ਹੈ। Being stubborn and fighting with your parents is the biggest sin you can commit. ਗੁਰੂ ਪਿਤਾ ਜੀ ਦੇ ਬਚਨ ਹਨ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ।
ਮੈਂ ਧੰਨਵਾਦੀ ਹਾਂ ਸਾਡੇ ਸਾਰੇ ਸਪੀਕਰਸ ਦੀ, ਸਾਡੇ ਦਰਸ਼ਕਾਂ ਦੀ ਅਤੇ ਸਪਾਂਸਰਸ ਦੀ। A lot of families, kids and youth are very excited to watch our program ਗੁਰਗਿਆਨ ਦਾ ਨਗਾਰਾ। ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਗਲੇ ਹਫਤੇ ਗੁਰਗਿਆਨ ਦਾ ਨਗਾਰਾ ਵਜਾਉਣ ਲਈ ਫਿਰ ਹਾਜ਼ਰ ਹੋਵਾਂਗੀ। Please stay tuned for next week. Keep smiling and keep watching ਗੁਰਗਿਆਨ ਦਾ ਨਗਾਰਾ। ਗੁਰੂ ਫਤਿਹ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਸ਼ਬਦ